ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਜਿੱਥੇ ਕਿਸਾਨ ਸੰਘਰਸ਼ ਪੂਰੇ ਸਿਖਰਾਂ ਤੇ ਹੈ, ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਸ਼ਟਰੀ ਕਨਵੀਨਰ ਅੱਜ ਪੰਜਾਬ ਦੇ ਬਾਘਾ ਪੁਰਾਣਾ ਵਿੱਚ ਕਿਸਾਨਾਂ ਦੇ ਹੱਕ ਵਿੱਚ ਰੈਲੀ ਕਰਨ ਪਹੁੰਚੇ ਹਨ, ਜਿਸ ਦੇ ਲਈ ਆਮ ਆਦਮੀ ਪਾਰਟੀ ਦਾ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਉੱਥੇ ਹੀ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਆਪਣੇ ਸਮਰਥਕਾਂ ਦੇ ਵੱਡੇ ਕਾਫਲੇ ਦੇ ਨਾਲ ਆਮ ਆਦਮੀ ਪਾਰਟੀ ਦੇ ਕਿਸਾਨੀ ਸੰਮੇਲਨ ਵਿੱਚ ਸ਼ਾਮਿਲ ਹੋਣ ਦੇ ਲਈ ਰੂਪਨਗਰ ਤੋਂ ਬਾਘਾ ਪੁਰਾਣਾ ਦੇ ਲਈ ਨਿਕਲੇ ਹਨ। ਉੱਥੇ ਹੀ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਕਿ ਪੰਜਾਬ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀ ਇਸ ਰੈਲੀ ਨੂੰ ਰੋਕਣ ਵਾਸਤੇ ਸਾਰੇ ਹੱਥਕੰਡੇ ਅਪਣਾ ਰਹੀ ਹੈ। ਅੱਜ ਰੈਲੀ ਹੋਣ ਜਾ ਰਹੀ ਹੈ ਬਾਘਾ ਪੁਰਾਣਾ ਦੇ ਵਿੱਚ, ਕਿਸ ਤਰ੍ਹਾਂ ਦੀ ਰੈਲੀ ਰਹੇਗੀ ਤੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਦਲਾਅ ਆਵੇਗਾ? ਦੇਖੋ, ਸਾਡੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪਹਿਲਾਂ ਵੀ ਦਿੱਲੀ 'ਚ ਕਿਸਾਨਾਂ ਦੇ ਨਾਲ ਖੜੇ ਹੈ। ਹਰ ਵਾਰ ਕਿਸਾਨਾਂ ਦੇ ਵਿੱਚ ਬੈਠੇ ਆ ਕੇ ਕਿਸਾਨਾਂ ਨੂੰ ਜੋ ਵੀ ਪ੍ਰੋਬਲਮ ਦੀ ਹੱਲ ਕਰੀਏ, ਚਾਹੇ ਪਾਣੀ ਦੀ, ਟੋਇਲਟ ਦੀ, ਚਾਹੇ ਵਾਈਫਾਈ ਦੀ, ਚਾਹੇ ਖਾਣੇ ਦੀ, ਚਾਹੇ ਕੱਪੜੇ ਦੀ, ਹਰ ਚੀਜ਼ ਖੜੀ ਹੈ ਨਾਲ। ਅੱਜ ਵੀ ਉਹ ਪੰਜਾਬ ਵਿੱਚ ਲੋਕਾਂ ਨੂੰ ਸੁਨੇਹਾ ਦੇਣ ਆ ਰਹੇ ਆ, ਪੰਜਾਬ ਕਿਸਾਨ ਸੰਮੇਲਨ ਕਰਨ ਆ ਰਹੇ ਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਕੋਈ ਵੀ ਜਿੱਥੇ ਹੋਊਗਾ ਕਿਸਾਨੀ ਦੇ ਨਾਲ ਖੜੇ ਆ। ਇਸ ਕਰਕੇ ਅੱਜ ਸਾਡਾ ਵੱਡੀ ਇਕੱਠ ਕਰਕੇ ਅੱਜ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨ ਆ ਰਹੇ। ਜਿਹੜੀ ਕਿ ਸਰਕਾਰ ਵੱਲੋਂ ਇੱਕ ਪਾਸੇ ਤਾਂ ਸਖਤੀ ਵਰਤੀ ਜਾ ਰਹੀ ਹੈ ਕਰੋਨਾ ਨੂੰ ਲੈ ਕੇ, ਕੀ ਲੱਗਦਾ ਹੈ? ਅਸੀਂ ਸਾਰੇ ਕਾਨੂੰਨਾਂ ਦਾ ਪਾਲਣ ਕਰਾਂਗੇ, ਠੀਕ ਹੈ ਜੀ। ਜੋ ਸਰਕਾਰ ਦੇ ਕਾਨੂੰਨ ਹੈਗੇ ਉਹਦੇ ਤਹਿਤ ਹੀ ਚੱਲਾਂਗੇ। ਸਿੰਘ ਸਾਹਿਬ ਨੇ ਇੱਕ ਬਿਆਨ ਦਿੱਤਾ ਵੀ ਜਿਹੜਾ ਕਿ ਕਰੋਨਾ ਆ ਉਹ ਸਰਕਾਰਾਂ ਦਾ ਆਗਿਆਕਾਰੀ ਪੁੱਤ ਹੈ, ਜਿੱਥੇ ਲੋੜ ਪੈਂਦੀ ਉੱਥੇ ਆ ਜਾਂਦਾ, ਜਿੱਥੇ ਨਹੀਂ ਲੋੜ ਪੈਂਦੀ ਉੱਥੇ ਨਹੀਂ ਹੁੰਦਾ। ਉਹ ਗੱਲ ਸਹੀ ਹੈਗੀ ਹੈ ਜੀ। ਕਰੋਨਾ ਰਾਤ ਨੂੰ ਆਉਂਦਾ, ਦਿਨਾਂ ਨੂੰ ਹਟ ਜਾਂਦਾ। ਇਸ ਕਰਕੇ ਸਰਕਾਰਾਂ ਕਹਿੰਦੀਆਂ ਰਾਤ ਨੂੰ ਉਹ ਲੋਕਡਾਊਨ ਲਾ ਦਿਓ। ਝੂਠ ਕਰਦੀ ਹੈ ਸਰਕਾਰ, ਕੋਈ ਨਾ ਹੈ ਨਹੀਂ ਹੈਗਾ। ਠੀਕ ਹੈਗੀ ਹੈ ਥੋੜ੍ਹੀ ਬਿਮਾਰੀ, ਪਰ ਕਿਸਾਨ ਜਿਹੜੇ ਅੱਜ ਸਾਡੀ ਰੈਲੀ ਨੂੰ ਰੋਕਣ ਵਾਸਤੇ ਸਰਕਾਰ ਨਾਲ ਬਹੁਤ ਹੱਥ ਕੰਡੇ ਵਰਤੇ, ਪਰ ਸਾਡੇ ਲੋਕ ਸਾਡੇ ਨਾਲ ਵੱਧ ਤੋਂ ਵੱਧ ਜਾ ਰਹੇ ਉੱਥੇ। ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾਰੀ ਨੇ ਲਵਾਇਆ ਕਰੋਨਾ ਵੈਕਸੀਨ ਦਾ ਪਹਿਲਾ ਇੰਜੈਕਸ਼ਨ। ਇਸ ਮੌਕੇ ਉਹਨਾਂ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮੁਹੱਲੇ ਤੇ ਪਹੁੰਚਣ ਵਾਲੇ ਸੰਗਤਾਂ ਨੂੰ ਵੀ ਕੀਤੀ ਖਾਸ ਅਪੀਲ। ਪਹਿਲੇ ਤਾਂ ਮੈਂ ਸਾਡੇ CMO ਸਾਹਿਬ, ਸਾਰੇ ਹੋਰ ਡਾਕਟਰ ਸਾਹਿਬਾਨ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ। ਬੜਾ ਫਲॉलेस ਇਹਨਾਂ ਨੇ ਇੱਥੇ ਔਰ ਬੜਾ ਅੱਛਾ ਇੰਤਜ਼ਾਮ ਕੀਤਾ ਹੈ। ਔਰ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਇਸ ਵੈਕਸੀਨ ਵਾਸਤੇ ਐਲੀਜੀਬਲ ਨੇ, ਜਿਹੜੇ 45 ਸਾਲ ਤੋਂ ਉੱਪਰ ਨੇ, 60 ਸਾਲ ਤੋਂ ਉੱਪਰ ਨੇ, ਔਰ ਜਿਨ੍ਹਾਂ ਨੂੰ ਕੋਈ ਹੋਰ ਕੋਮੋਰਬਿਡਿਟੀ ਹੈਗੀ ਹੈ, ਕਿ ਤੁਸੀਂ ਜ਼ਰੂਰ ਇਹ ਟੀਕਾ ਲਵਾਓ। ਔਰ ਮੇਰਾ ਵੀ ਮੁੱਖ ਮਕਸਦ ਅੱਜ ਰੋਪੜ ਦੇ ਵਿੱਚ ਟੀਕਾ ਲਵਾਉਣ ਦਾ ਇਹੀ ਸੀ, ਆਪਣੇ ਲੋਕ ਸਭਾ ਹਲਕੇ ਦੇ ਹੈੱਡਕੁਆਟਰ ਦੇ ਵਿੱਚ, ਕਿ ਮੈਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਸੀਗਾ ਕਿ ਇਹ ਜਿਹੜਾ ਦੂਜੀ ਲਹਿਰ ਹੈਗੀ ਹੈ COVID-19 ਦੀ, ਇਹ ਪਹਿਲੀ ਲਹਿਰ ਤੋਂ ਜ਼ਿਆਦਾ ਖਤਰਨਾਕ ਹੈ। ਤੋ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ, ਆਪਣੇ ਆਪ ਨੂੰ ਠੀਕ ਰੱਖਣ ਵਾਸਤੇ, COVID-19 ਤੋਂ ਆਪਣਾ ਬਚਾਅ ਰੱਖਣ ਵਾਸਤੇ ਇਹ ਟੀਕਾ ਲਵਾਉਣਾ ਬਹੁਤ ਜ਼ਰੂਰੀ ਹੈ। ਔਰ ਇਹਦੇ 'ਚ ਕੋਈ ਰਿਐਕਸ਼ਨ ਨਹੀਂ ਹੁੰਦਾ, ਕੋਈ ਦਰਦ ਨਹੀਂ ਹੁੰਦਾ, ਕਿਸੇ ਕਿਸਮ ਦੀ ਹੋਰ ਕੰਪਲਿਕੇਸ਼ਨ ਨਹੀਂ ਹੁੰਦੀ ਹੈਗੀ। ਔਰ ਜੇ ਹੋਵੇ ਵੀ ਥੋੜ੍ਹੀ ਬਹੁਤ ਤਾਂ ਡਾਕਟਰ ਸਾਹਿਬ ਮੌਜੂਦ ਰਹਿੰਦੇ ਨੇ ਉਸ ਚੀਜ਼ ਨੂੰ ਦੇਖਣ ਵਾਸਤੇ। ਤੇ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਬਗੈਰ ਝਿਜਕ ਦੇ ਆ ਕੇ ਜ਼ਰੂਰ ਟੀਕਾ ਲਵਾਓ। ਸਰ, ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕਿ ਸੰਗਤ ਹੋਲੇ ਮਹੱਲੇ ਤੇ ਆਵੇਗੀ ਜਾਂ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕਰਾਂਗੇ? ਦੇਖੋ, ਇੱਦਾਂ ਹੈ ਕਿ ਕਿਉਂਕਿ ਇਹ ਦੂਜੀ ਲਹਿਰ COVID-19 ਦੀ ਹੁਣ ਸ਼ੁਰੂ ਹੋਈ ਹੈ, ਕਈ ਮੁਲਕਾਂ ਦੇ ਵਿੱਚ ਲੋਕਡਾਊਨ ਹੋਇਆ ਹੈ, ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਇਤਿਹਾਦ ਵਰਤਣ ਦੀ ਲੋੜ ਹੈਗੀ ਹੈ। ਜਿਹੜੇ ਸਾਡੇ ਧਾਰਮਿਕ ਫੈਸਟੀਵਲਸ ਨੇ ਉਹਨਾਂ ਨੂੰ ਆਪਾਂ ਜ਼ਰੂਰ ਮਨਾਈਏ, ਜ਼ੋਰ ਸ਼ੋਰ ਨਾਲ ਮਨਾਈਏ, ਗੱਜ ਵੱਜ ਕੇ ਮਨਾਈਏ। ਪਰ ਕਿਉਂਕਿ ਜਿਹੜੀ ਪਰਿਸਥਿਤੀ ਹੈਗੀ ਹੈ, ਜਿਹੜੇ ਦੁਨੀਆ ਦੇ ਹਾਲਾਤ ਨੇ, ਹਿੰਦੁਸਤਾਨ 'ਚ ਵੀ COVID-19 ਦੇ ਕੇਸ ਵੱਧ ਰਹੇ ਨੇ, ਉਹਨਾਂ ਸਾਰਿਆਂ ਨੂੰ ਮੁੱਖ ਰੱਖਦਿਆਂ ਹੋਇਆ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਇਤਿਹਾਦ ਵਰਤੀਏ। ਮੈਂ ਪ੍ਰਬੰਧਕਾਂ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੀ ਸੰਗਤਾਂ ਨੂੰ ਇਹ ਅਪੀਲ ਕਰੋ ਕਿ ਆਪਾਂ ਨੂੰ ਇਤਿਹਾਦ ਵਰਤਣ ਦੀ ਲੋੜ ਹੈਗੀ ਹੈ ਔਰ ਪੰਜਾਬ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ। ਇਹ ਜਿਸ ਤਰ੍ਹਾਂ ਸਿੰਘ ਸਾਹਿਬ ਦੇ ਬਿਆਨ ਤੇ ਵੀ ਕਰੋਨਾ ਸਰਕਾਰਾਂ ਦਾ ਆਗਿਆਕਾਰੀ ਪੁੱਤ ਹੈ, ਉਹਨਾਂ ਕਿਹਾ ਇਹ ਵੀ ਸੁਣੋ। ਦੇਖੋ, ਇੱਦਾਂ ਹੈ ਕਿ ਇਹ ਤਾਂ ਵਾਇਰਸ ਹੈਗਾ ਔਰ ਇਹ ਅੱਛੀ ਗੱਲ ਹੈਗੀ ਹੈ ਕਿ ਜਿੱਥੇ ਚੋਣਾਂ ਹੋ ਰਹੀਆਂ ਨੇ ਉੱਥੇ ਕੇਸਿਸ ਘੱਟ ਨੇ, ਕਿਉਂਕਿ ਆਪਣੀ ਬਹੁਤ ਵੱਡੀ ਜਮਹੂਰੀਅਤ ਹੈ। ਔਰ ਹਿੰਦੁਸਤਾਨ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ 1947 ਤੋਂ ਬਾਅਦ ਜਿੰਨੇ ਮੁਲਕ ਹਿੰਦੁਸਤਾਨ ਦੇ ਆਸ-ਪਾਸ ਆਜ਼ਾਦ ਹੋਏ ਸੀਗੇ, ਹਿੰਦੁਸਤਾਨ ਇਕੱਲਾ ਇਹੋ ਜਿਹਾ ਮੁਲਕ ਹੈ ਜਿਹਨੇ ਆਪਣੀ ਜਮਹੂਰੀਅਤ ਦੀ ਪਰੰਪਰਾ ਨੂੰ ਮੇਨਟੇਨ ਕੀਤਾ ਹੈਗਾ। ਔਰ ਇਹ ਬਹੁਤ ਵਧੀਆ ਗੱਲ ਹੈਗੀ ਹੈ ਕਿ ਜੇ ਕੇਰਲ ਦੇ ਵਿੱਚ, ਪੱਛਮ ਬੰਗਾਲ 'ਚ, ਅਸਾਮ 'ਚ, ਪੌਂਡੀਚੇਰੀ, ਤਮਿਲਨਾਡੂ ਜਿੱਥੇ ਚੋਣਾਂ ਹੋ ਰਹੀਆਂ ਨੇ ਉੱਥੇ ਕੇਸ ਨਹੀਂ ਵਧ ਰਹੇ।
ਨਵਚੇਤਨਾ ਵੈਲਫੇਅਰ ਟਰਸਟ ਵੱਲੋਂ ਅੱਜ ਖਰੜ ਬੱਸ ਸਟੈਂਡ ਤੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਇਸ ਟਰਸਟ ਦੇ ਮੈਂਬਰਾਂ ਨੇ ਆਪਣੇ ਹੱਥਾਂ ਵਿੱਚ ਬੈਨਰ ਫੜ ਕੇ ਕਾਲੇ ਕਾਨੂੰਨ ਰੱਦ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਟਰਸਟ ਦੇ ਚੇਅਰਮੈਨ ਡਾਕਟਰ ਰਘਬੀਰ ਸਿੰਘ ਬੱਗੜ ਨੇ ਦੱਸਿਆ ਕਿ ਪਹਿਲਾਂ ਵੀ ਟਰਸਟ ਵੱਲੋਂ ਮੈਡੀਕਲ ਸੇਵਾਵਾਂ ਅਤੇ ਖਾਣ ਪੀਣ ਦਾ ਰਾਸ਼ਨ ਦਿੱਲੀ ਅੰਦੋਲਨ ਵਿੱਚ ਭੇਜਿਆ ਜਾ ਚੁੱਕਾ ਹੈ। ਡਾਕਟਰ ਬੰਗੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਇਹ ਕਾਲੇ ਕਾਨੂੰਨ ਬਣਾਏ ਗਏ ਹਨ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਇਸ ਮੌਕੇ ਟਰਸਟੀ ਅਮਰਿੰਦਰ ਸਿੰਘ ਅਮਰ, ਗੁਰਭੇਜ ਸਿੰਘ ਸੰਘਾ, ਸਰਬੋਤਮ ਸਿੰਘ ਸੋਢੀ, ਮਹਿਲਾ ਵਿੰਗ ਪ੍ਰਧਾਨ ਪ੍ਰਵੀਨ ਕੁਮਾਰੀ ਅਤੇ ਭੁਵਨੇਸ਼ ਸੇਠੀ, RK ਸ਼ੇਰਾਵਤ, ਚੰਨਨ ਸਿੰਘ, ਸੁਰਿੰਦਰ ਕੌਰ, ਅਮਰਜੀਤ ਕੌਰ, ਸਤਪਾਲ ਵਰਮਾ ਵੀ ਹਾਜ਼ਰ ਸਨ। ਨੰਦੇੜ ਸਾਹਿਬ ਹਜੂਰ ਸਾਹਿਬ ਵਿਖੇ ਕਤਲ ਕਰਕੇ ਆਏ ਦੋ ਨਿਹੰਗਾਂ ਦਾ ਭਿੱਖੀਵਿੰਡ ਪੁਲਿਸ ਨੇ ਕੀਤਾ ਐਨਕਾਊਂਟਰ। ਇਸ ਤੋਂ ਪਹਿਲਾਂ ਦੋਹਾਂ ਨਿਹੰਗਾਂ ਨੂੰ ਜਦੋਂ ਪੁਲਿਸ ਨੇ ਕਾਬੂ ਕਰਨਾ ਚਾਹਿਆ ਤਾਂ ਨਿਹੰਗਾਂ ਨੇ ਕਿਰਪਾਨਾਂ ਨਾਲ ਪੁਲਿਸ ਤੇ ਹੀ ਹਮਲਾ ਕਰ ਦਿੱਤਾ, ਜਿਸ ਵਿੱਚ SHO ਨਰਿੰਦਰ ਸਿੰਘ ਟੋਡੀ ਅਤੇ SHO ਵਲਟੋਹਾ ਬਲਵਿੰਦਰ ਸਿੰਘ ਦੇ ਗੁੱਟ ਵੱਢੇ ਗਏ। ਜਿਸ ਤੋਂ ਬਾਅਦ ਜਦੋਂ ਉਹਨਾਂ DSP ਰਘਬੀਰ ਸਿੰਘ ਤੇ ਹਮਲਾ ਕੀਤਾ ਤਾਂ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਦੋਹਾਂ ਨਿਹੰਗਾਂ ਦੀ ਮੌਕੇ ਤੇ ਹੀ ਮੌਤ ਹੋ ਗਈ। SSP ਤਰਨਤਾਰਨ ਘਟਨਾ ਸਥਾਨ ਤੇ ਪਹੁੰਚੇ ਅਤੇ ਦੋਹਾਂ SHO ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨੰਦੇੜ ਸਾਹਿਬ ਵਿਖੇ ਸੰਤੋਖ ਸਿੰਘ ਨਾਮਕ ਦਾ ਇਹਨਾਂ ਦੋਵਾਂ ਨਿਹੰਗਾਂ ਵੱਲੋਂ ਕਤਲ ਕੀਤਾ ਗਿਆ ਸੀ, ਜੋ ਕਿ ਉੱਥੇ ਕਤਲ ਕਰਕੇ ਇੱਥੇ ਆ ਕੇ ਸਿੰਘਪੁਰਾ ਵਿਖੇ ਲੁਕੇ ਹੋਏ ਸਨ। SSP ਸਾਹਿਬ ਆ ਕੇ ਡਿਟੇਲ ਬਰੀਫਿੰਗ ਕਰਦੇ ਹੈ। ਮੈਂ ਅਗਲੇ ਉੱਥੇ ਜਾ ਕੇ ਇਨਸਪੈਕਸ਼ਨ ਕਰਨੀ ਹੈ। ਠੀਕ ਹੈ, ਇਹ ਘਟਨਾ ਹੋਈ ਹੈ, SHO ਤੇ ਹਮਲਾ ਹੋਇਆ, ਦੋ ਸਾਡੇ SHO ਇੰਜਰਡ ਨੇ ਔਰ ਦੋ ਇਹ ਜਿਹੜੇ ਸਿਵਲ ਦੇ ਨਿਹੰਗ ਸੀਗੇ ਇਸ ਦੇ ਵਿੱਚ ਮਾਰੇ ਗਏ। ਸਰ, ਇੱਕ ਇਹ ਗੱਲ ਉੱਠ ਰਹੀ ਹੈ ਕਿ ਪਹਿਲਾਂ ਪੁਲਿਸ ਦੇ ਨਾਲ ਝੜਪ ਹੋਈ ਹੈ, ਬਾਅਦ ਦੇ ਵਿੱਚ ਕਤਲ, ਕਿ ਇਹ ਜਿਹੜੇ ਆ ਬੰਦੇ ਇਹਨਾਂ ਦਾ ਪੁਲਿਸ ਪਿੱਛਾ ਕਰ ਰਹੀ ਸੀ ਜਾਂ? ਹਾਂ, ਪੁਲਿਸ ਜਦੋਂ ਉੱਥੇ ਹਮਲਾ ਕਰਕੇ ਆਏ ਤਾਂ ਉਸ ਤੋਂ ਮਗਰੋਂ ਦੀ ਪਾਰਟੀ ਸਾਡੀ ਪੁਲਿਸ ਦੀ ਇਹਨਾਂ ਦੇ ਭਾਲ ਦੇ ਵਿੱਚ ਅੱਗੇ ਸੀ, ਉਹਨਾਂ ਤੇ ਵੀ ਫਿਰ ਇਹ ਹਮਲਾ ਕਰਨ ਲੱਗੇ ਸੀ। ਸਰ, ਜਿਹੜੀ ਬਾਕੀ SSP ਸਾਹਿਬ ਆ ਕੇ ਤੁਹਾਨੂੰ ਦੱਸ ਸਾਨੂੰ ਇੱਕ ਕੱਲ ਕ੍ਰਾਈਮ ਬ੍ਰਾਂਚ ਨਾਂਦੇੜ ਤੋਂ ਕੱਲ ਰਾਤੀ ਇੱਕ ਇਨਫੋਰਮੇਸ਼ਨ ਆਈ ਸੀ, ਉੱਥੇ ਇੱਕ ਡੇਰਾ ਹੈਡ ਹੈਗੇ ਬਾਬਾ ਸੰਤੋਖ ਸਿੰਘ, ਉਹਨਾਂ ਨੂੰ 11 ਤਾਰੀਖ ਨੂੰ ਦੋ ਨਿਹੰਗਾਂ ਨੇ ਮਾਰਤਾ ਸੀਗਾ ਤੇ ਉਹਦੇ ਵਿੱਚ PS ਵਜ਼ੀਰਾਬਾਦ ਨਾਂਦੇੜ ਦੇ ਵਿੱਚ FIR ਰਜਿਸਟਰ ਹੋਈ ਸੀ 302/34 ਦੇ ਵਿੱਚ। ਉਸ FIR ਦੇ ਸਬੰਧ ਦੇ ਜੋ ਅਕਿਊਜ਼ ਸੀਗੇ ਮਹਿਤਾਬ ਸਿੰਘ ਅਤੇ ਗੁਰਦੇਵ ਸਿੰਘ, ਉਹ ਦੋਵੇਂ ਬੰਦੇ ਉੱਥੇ ਤੋਂ ਬਚ ਕੇ ਡੇਰਾ ਸੁਰਸੰਗ ਜੋ ਹੈਗਾ ਉੱਥੇ ਆਏ ਹੈਗੇ। ਅਸੀਂ ਉਸ ਇਨਫੋਰਮੇਸ਼ਨ ਦੇ ਆਧਾਰ ਪਰ ਅੱਜ ਸਵੇਰੇ ਉੱਥੇ ਇੱਕ ਸਰਚ ਆਪਰੇਸ਼ਨ ਕਰਾਇਆ ਸੀਗਾ, ਜਿੱਥੇ ਸਾਨੂੰ ਪਤਾ ਲੱਗਿਆ ਕਿ ਦੇਰ ਰਾਤੀ ਉੱਥੇ ਤੋਂ ਨਿਕਲ ਗਏ ਸੀਗੇ ਤੇ ਅਸੀਂ ਸਾਡੇ ਜਿੰਨੇ ਵੀ ਇਨਫੋਰਮਰ ਵਗੈਰਾ ਸੀਗੇ ਉਹਨਾਂ ਨੂੰ ਇਨਫੋਰਮ ਕੀਤਾ ਸੀਗਾ ਕਿ ਕੋਈ ਨਿਹੰਗ ਤੁਹਾਨੂੰ ਇਸ ਤਰ੍ਹਾਂ ਦੋ ਦਿਸਣ ਵਿਥ ਇੱਕ 4 ਫੀਟ ਦਾ ਖੰਡਾ ਔਰ ਇੱਕ ਜੋ ਕਿਰਪਾਨ ਔਰ ਦੂਜਾ 2 ਕਿਰਪਾਨਾਂ ਨਾਲ, ਤਾਂ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ। ਸਾਡੇ DSP ਸਾਹਿਬ ਤੇ ਤਿੰਨੋਂ SHOs, ਇੱਕ ਸਾਡੇ ਮੁਲਾਜ਼ਮ ਦਾ ਅੱਜ ਭੋਗ ਸੀਗਾ, ਉੱਥੇ ਗਏ ਹੋਏ ਸੀਗੇ। ਉੱਥੇ ਇਨਫੋਰਮੇਸ਼ਨ ਉਹਨਾਂ ਨੂੰ ਆਈ ਕਿ ਜੋ ਨਿਹੰਗ ਨੂੰ ਤੁਸੀਂ ਲੱਭ ਰਹੇ ਹੋ ਉਹ ਇਸ ਪਾਸੇ ਡੇਰਾ ਸੁਰਸੰਗ ਤੋਂ ਬਾਹਰ ਜੋ ਹੈਗਾ ਪਿੰਡ ਉਹਦੇ ਆਸ-ਪਾਸ ਘੁੰਮਦੇ ਫਿਰਦੇ ਹੈਗੇ। ਮੁਲਾਜ਼ਮ ਉੱਥੇ ਤੋਂ ਸਿੱਧੇ ਵਿਦਆਊਟ PSO ਗਨਮੈਨ ਆਪਣੀ ਜੋ ਗੱਡੀ ਸੀਗੀ, ਜੋ ਕੱਪੜੇ ਪਾਏ ਸੀਗੇ, ਉੱਥੇ ਸਿੱਧੇ ਚੱਲ ਗਏ ਤੇ ਉੱਥੇ SHO ਵਲਟੋਹਾ ਔਰ SHO ਖੇਮਕਰਨ ਨੇ ਇਹਨਾਂ ਨੂੰ ਜਿਵੇਂ ਰੋਕਣ ਦੀ ਕੋਸ਼ਿਸ਼ ਕੀਤੀ, ਸਿੱਧੀ ਉਹਨਾਂ ਨੇ ਸਾਡੇ SHO ਖੇਮਕਰਨ ਨਰਿੰਦਰ ਸਿੰਘ ਦੇ ਉੱਪਰ ਕਿਰਪਾਨ ਨਾਲ ਹਮਲਾ ਕਰਤਾ, ਜਿਹਦੇ ਵਿੱਚ ਉਹਨਾਂ ਦਾ ਹੱਥ ਬਹੁਤ ਬੁਰੇ ਤਰੀਕੇ ਨਾਲ ਵੱਢਿਆ ਗਿਆ ਹੈਗਾ। ਜਦੋਂ ਬਲਵਿੰਦਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਬਲਵਿੰਦਰ ਦੇ ਉੱਪਰ ਵੀ ਅਟੈਕ ਕੀਤਾ ਤੇ ਉੱਥੇ ਤੋਂ ਜਦੋਂ ਇਹ SHO ਸਰਬਜੀਤ ਨੇ ਆਪਣਾ ਉੱਥੇ ਜਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉੱਥੇ ਤੋਂ ਜੋ ਖੇਤਾ ਸੀਗੇ ਉਹ ਖੇਤਾ ਦੇ ਨਾਲ ਇੱਕ ਸੂਆ ਹੈਗਾ, ਸੂਏ ਦੇ ਨਾਲ ਬਚਦੇ ਇੱਥੇ ਕਰੀਬ 2-2.5 ਕਿਲੋਮੀਟਰ ਦੂਰ ਆ ਗਏ ਸੀ, ਜਿੱਥੇ SHO ਸਰਬਜੀਤ ਨੇ ਜੋ ਇਨਫੋਰਮੇਸ਼ਨ ਦਿੱਤੀ ਸੀਗੀ DSP ਰਾਜਵੀਰ, DSP ਭਿੱਖੀਵਿੰਡ ਨੂੰ, ਉਹਨਾਂ ਨੇ ਨਾਕਾ ਲਾਇਆ ਸੀ। ਉੱਥੇ ਅਗੇਨ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਉਹ ਕਿਰਪਾਨ ਨਾਲ ਗੱਡੀ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਬਚ ਕੇ ਆਂਦੇ ਹੋਏ, ਜਿਹਦੇ ਵਿੱਚ ਫਿਰ DSPs ਨੇ ਆਪਣੀ ਫਾਇਰ, ਆਪਣੀ ਜੋ ਗਨ ਸੀਗੀ, ਆਪਣੇ ਨਾਲ ਜੋ ਪਿਸਟਲ ਸੀਗੀ, ਉਹਦੇ ਤੋਂ ਇਹਨਾਂ ਦੇ ਉੱਪਰ ਫਾਇਰ ਕਰਤਾ ਤੇ ਇਹ ਦੋਵਾਂ ਬੰਦਿਆਂ ਨੇ ਉੱਥੇ ਮੌਕੇ ਦੇ ਉੱਪਰ ਉਹਨਾਂ ਨੂੰ ਗੋਲੀ ਲੱਗੀ ਸੀ, ਥੱਲੇ ਗਿਰ ਗਏ ਸੀਗੇ ਔਰ ਥੋੜੀ ਦੇਰ ਬਾਅਦ ਉਹਨਾਂ ਦੀ ਉੱਥੇ ਡੈਥ ਹੋ ਗਈ। ਸਰ, ਅਪਰੋਕਸੀਮੇਟਲੀ ਕਿੰਨੇ ਫਾਇਰ ਹੋਏ ਹੋਣਗੇ ਜੀ? ਉਹ ਫਾਇਰ ਅਸੀਂ ਹੁਣ ਤੱਕ ਚੈੱਕ ਨਹੀਂ ਕੀਤੇ, ਅਸੀਂ ਕ੍ਰਾਈਮ ਜੋ ਹੈ ਉਹ ਰੀਕਨਸਟਰਕਟ ਕਰ ਰਹੇ ਹਾਂ। ਅਸੀਂ ਇੱਥੇ ਜਿੱਥੇ ਓਰੀਜਨਲੀ ਹੋਇਆ ਸੀਗਾ ਉਹ ਮੌਕਾ ਦੇਖਣ ਗਏ ਸੀਗੇ, ਉਹ ਕਰੀਬ ਇੱਥੇ ਤੋਂ 1.5 ਕਿਲੋਮੀਟਰ ਦੂਰ ਹੈ। ਸਰ, ਜਦੋਂ ਫਸਟ ਕਲੈਸ਼ ਹੋਇਆ ਉਦੋਂ ਪਬਲਿਕ ਵੱਲੋਂ ਵੀ ਪੁਲਿਸ ਦੀ ਮਦਦ ਕਰਨ ਦੀ ਸੂਚਨਾ ਮਿਲੀ ਹੈ। ਨਾਂਦੇੜ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਆਪਰੇਸ਼ਨ ਕੀਤਾ ਗਿਆ ਉਹ ਨਹੀਂ, ਨਾਂਦੇੜ ਪੁਲਿਸ ਨੇ ਸਾਨੂੰ ਸਿਰਫ ਕੱਲ ਸ਼ਾਮੀ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਬੰਦੇ ਉੱਥੇ ਆਏ ਹੈਗੇ
ਔਰ ਉਹਨਾਂ ਦਾ ਕਿਉਂਕਿ ਉਨੀ ਦੇਰ ਤੱਕ ਆਣਾ ਪੋਸੀਬਲ ਨਹੀਂ ਸੀ, ਤਾਂ ਹੀ ਅੱਜ ਸਵੇਰੇ ਉੱਥੇ ਸਰਚ ਆਪਰੇਸ਼ਨ ਕੀਤਾ ਸੀ। ਸਰ ਪੁਲਿਸ ਨਾਲ ਜਿਹੜਾ ਫਸਟ ਕਲੈਸ਼ ਹੋਇਆ ਦੇ ਉੱਤੇ ਜਿਹੜਾ ਅਸੀਂ ਹੁਣ ਕੁਝ ਵੀ ਨਹੀਂ ਵੈਰੀਫਾਈ ਕੀਤਾ, ਉਹ ਡਿਟੇਲ ਅਸੀਂ ਹੁਣ ਕਢਾਂਗੇ ਉੱਥੇ ਤੋਂ, ਕਿਉਂਕਿ ਬੰਦੇ ਦੋਵੇਂ ਨਾਂਦੇੜ ਦੇ ਰਹਿਣ ਵਾਲੇ ਹੈਗੇ। ਸਾਡੇ ਜੋ ਇਨਫੋਰਮੇਸ਼ਨ ਹੈ ਉਹਦੇ ਮੁਤਾਬਿਕ ਅਗਰ ਉੱਥੇ ਤੋਂ ਕੋਈ ਇਨਫੋਰਮੇਸ਼ਨ ਇਹਨਾਂ ਦੇ ਕ੍ਰਾਈਮ ਰਿਕਾਰਡ ਬਾਰੇ ਆਊਗੀ ਤਾਂ ਫਿਰ ਤੁਹਾਨੂੰ ਡੈਫੀਨਿਟਲੀ ਦੱਸਾਂਗੇ। ਸਰ ਜਦੋਂ ਪੁਲਿਸ ਨਾਲ ਪਹਿਲਾਂ ਮੁੱਠਭੇੜ ਹੋਈ ਉਦੋਂ ਪਬਲਿਕ ਵੱਲੋਂ ਬਚਾਉਣ ਦੀ ਕੋਸ਼ਿਸ਼ ਪੁਲਿਸ ਮੁਲਾਜ਼ਮਾਂ ਨੂੰ ਕੀਤੀ ਗਈ, ਉਹ ਕੋਈ ਜਿੱਥੇ ਉਹ ਹੋਇਆ ਹੈਗਾ ਤੁਸੀਂ ਵੀ ਮੌਕਾ ਦੇਖ ਲਿਓ, ਉਹ ਥੋੜਾ ਗੁਰੂਦੁਆਰਾ ਉੱਤੇ ਕਰੀਬ 150-200 मीटर ਤੇ ਸੜਕ ਸੁਨਸਾਨ ਹੈ ਤੇ ਇਹ ਥਾਂ ਵੀ ਪਿੱਛੇ ਕਰੀਬ 101 ਮੀਟਰ ਪਿੱਛੇ ਘਰ ਹੈਗੇ। ਉਹਨਾਂ ਨੇ ਮੌਕਾ ਦੇਖਿਆ ਹੈਗਾ, ਉਹ ਵੀ ਚਸ਼ਮਦੀਦ ਗਵਾਹ ਹੈ, ਉਹਨਾਂ ਨੇ ਸਾਰਾ ਦੱਸਿਆ ਹੈ ਕਿ ਕਿਵੇਂ ਹੋਇਆ ਸੀ। ਜ਼ਿਲ੍ਹਾ ਰੂਪਨਗਰ ਦੇ ਪਿੰਡ ਭਾਓਵਾਲ ਵਿਖੇ ਅੱਜ ਇੱਕ ਬਿਜਲੀ ਬੋਰਡ ਦੇ ਲਾਈਨਮੈਨ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਹਰੀ ਸਿੰਘ ਪਿੰਡ ਭੈਣੀ ਉਮਰ 48 ਸਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬਿਜਲੀ ਬੋਰਡ ਦੇ ਜੇਈ ਦੀ ਲਾਪਰਵਾਹੀ ਦੇ ਕਾਰਨ ਕੁਲਦੀਪ ਸਿੰਘ ਦੀ ਮੌਤ ਹੋਈ ਹੈ, ਕਿਉਂਕਿ ਬਿਜਲੀ ਬੋਰਡ ਦੇ ਜੇਈ ਵੱਲੋਂ ਕੁਲਦੀਪ ਨੂੰ ਬੰਦ ਪਈ ਬਿਜਲੀ ਦੀ ਲਾਈਨ ਚਾਲੂ ਕਰਨ ਲਈ ਕਿਹਾ ਗਿਆ ਸੀ, ਪਰੰਤੂ ਪਿੱਛੇ ਤੇ ਮੇਨ ਲਾਈਨ ਨਹੀਂ ਕੱਟੀ ਗਈ, ਜਿਸ ਕਾਰਨ ਇਹ ਹਾਦਸਾ ਹੋ ਗਿਆ। ਕੀ ਨਾਮ ਹੈ ਜੀ? ਮੇਰਾ ਨਾਮ ਦਿਲਵਰ ਸਿੰਘ ਹੈ ਜੀ। ਹਸਪੀਟਲ ਆਇਓ, ਕੀ ਹੋਇਆ ਜੀ? ਮੇਰੇ ਪਾਪਾ ਜੀ ਨੇ ਬਿਜਲੀ ਮਹਿਕਮੇ 'ਚ ਲੱਗੇ ਹੋਏ ਨੇ ਠੇਕੇਦਾਰੀ ਸਿਸਟਮ ਤੇ। ਕੀ ਨਾਮ ਹੈ? ਕੁਲਦੀਪ ਸਿੰਘ ਜੀ। ਕੀ ਹੋਇਆ ਉਹਨਾਂ ਨੂੰ? ਉਹਨਾਂ ਨੂੰ ਕਰੰਟ ਲੱਗਣ ਨਾਲ ਹੀ ਮੌਤ ਹੋ ਗਈ। ਅੱਛਾ। ਪਾਪਾ ਦੀ ਮੌਤ ਦਾ ਕਾਰਨ ਬਿਜਲੀ ਵਿਭਾਗ ਹੈ ਜੀ। ਬਿਜਲੀ ਵਿਭਾਗ ਦੀ ਗਲਤੀ ਆ, ਕਿਉਂਕਿ ਮੇਰੇ ਪਾਪਾ 8-9 ਸਾਲਾਂ ਤੋਂ ਬਿਜਲੀ ਵਿਭਾਗ 'ਚ ਕੰਮ ਕਰਦੇ ਨੇ। ਉਹ ਠੇਕਾ ਸਿਸਟਮ ਤੌਰ ਤੇ ਕੰਮ ਕਰਦੇ ਨੇ। ਬਿਜਲੀ ਵਿਭਾਗ ਨੂੰ ਫੋਨ ਕਰਨ ਦੇ ਬਾਵਜੂਦ, ਸਪਲਾਈ ਬੰਦ ਕਰਾਉਣ ਦੇ ਬਾਵਜੂਦ ਮੇਰੇ ਪਾਪਾ ਜਦੋਂ ਬਿਜਲੀ ਦਾ ਕੰਮ ਕਰ ਰਹੇ ਸਨ ਤਾਂ ਬਿਜਲੀ ਵਿਭਾਗ ਵੱਲੋਂ ਅਣਗਹਿਲੀ ਨਾਲ ਸਪਲਾਈ ਛੱਡੀ ਜਾਣ ਤੇ ਮੇਰੇ ਪਾਪਾ ਦੀ ਡੈਥ ਹੋਈ ਆ। ਇਸ ਦਾ ਸਾਰਾ ਜ਼ਿੰਮੇਵਾਰ ਬਿਜਲੀ ਵਿਭਾਗ ਬਣਦਾ ਹੈ। ਅਸੀਂ ਸਿਰਫ ਸੀਗੇ ਫਾਦਰ ਤੁਹਾਡੇ? ਮੇਰੇ ਫਾਦਰ ਸਾਹਿਬ ਡਿਊਟੀ ਤੇ ਸੀਗੇ। ਤੇ ਉਹਨਾਂ ਨਾਲ ਹੈਲਪਰ ਨਹੀਂ ਭੇਜਿਆ ਉਹਨਾਂ ਨੇ ਕੋਈ? ਪਾਪਾ ਨੇ ਹੈਲਪਰ ਕੋਈ ਨਹੀਂ ਭੇਜਿਆ ਸੀਗਾ ਉਹਨਾਂ ਨੇ। ਤੇ ਡੈਥ ਕਿੱਦਾਂ ਹੋਈ, ਕੀ ਹੋਇਆ ਸੀ? ਮੇਰੇ ਪਾਪਾ ਨੂੰ ਵੀ ਜਦੋਂ ਨਾ ਸਪਲਾਈ ਕਟਾਉਣ ਤੋਂ ਬਾਅਦ ਹੀ ਫਿਊਜ਼ ਵਗੈਰਾ ਲਗਾਉਣ ਲਈ ਖੰਭੇ ਤੇ ਚੜ੍ਹੇ ਤਾਂ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਜਦੋਂ ਸਪਲਾਈ ਉਹਨਾਂ ਦੁਆਰਾ ਛੱਡੀ ਗਈ, ਉਸ ਤੋਂ ਬਾਅਦ ਮੇਰੇ ਪਾਪਾ ਨੂੰ ਕਰੰਟ ਲੱਗਿਆ ਜੀ। ਮੇਰੇ ਪਾਪਾ ਦੀ ਵਾਇਰ ਮਤਲਬ ਕਿ ਜਿਹੜਾ ਫਿਊਜ਼ ਆ ਰਹੇ ਸੀਗੇ ਉਹਨਾਂ ਨੂੰ ਉੱਪਰ ਤਾਂ ਰਾਊਂਡ ਦੇ ਚੁੱਕੇ ਸੀਗੇ, ਜਦੋਂ ਨੀਚੇ ਰਾਊਂਡ ਦੇਣ ਲੱਗੇ ਤਾਂ ਉਸ ਤੋਂ ਬਾਅਦ ਤਾਂ ਡੈਥ ਹੋਈ ਆ ਉਹਨਾਂ ਦੀ। ਕਿਉਂਕਿ ਪਹਿਲਾਂ ਦਾ ਮੰਨ ਕੇ ਚੱਲੋ ਤੁਸੀਂ, ਜਦੋਂ ਉੱਪਰ ਇਹਨਾਂ ਨੇ ਫਿਊਜ਼ ਕੱਸਤੇ ਜੀ, ਫਿਰ ਨੀਚੇ ਕੱਸਣ ਉਦੋਂ ਕਰੰਟ ਨਹੀਂ ਸੀਗਾ, ਜਦੋਂ ਨੀਚੇ ਕੱਸਣ ਲੱਗੇ ਫਿਰ ਕਰੰਟ ਆਇਆ। ਤੇ ਇਹ ਸਾਰੀ ਗਲਤੀ ਦਾ ਕਾਰਨ ਬਿਜਲੀ ਵਿਭਾਗ ਵੱਲੋਂ ਜਾਂਦਾ ਜੀ। ਦੇਖੋ ਡੈਥ ਦਾ ਕਾਰਨ ਹੈ ਜੀ, ਅੱਜ ਕੱਲ੍ਹ ਠੇਕਾ ਮੁਲਾਜ਼ਮਾਂ 'ਤੇ ਕੰਮ ਕਰਦੇ ਆ, ਸਟਾਫ ਇਹਨਾਂ ਕੋਲ ਅਵੇਲੇਬਲ ਨਹੀਂ ਹੈ, ਪ੍ਰੈਸ਼ਰ ਪਾਇਆ ਜਾਂਦਾ ਜਿੰਨਾ ਕਿ ਅਸੀਂ ਰੀਡ ਕਰ ਰਹੇ ਹਾਂ। ਤੇ ਜੇਈ ਨਾਲ ਵੀ ਕਿਸੇ ਹੋਰ ਅਧਿਕਾਰੀ ਨਾਲ ਵੀ ਉਹਦੀ ਗੱਲ ਹੋਈ ਆ 45 ਸੈਕਿੰਡ ਦੀ, ਤੇ ਉੱਥੇ ਇਕੱਲਾ ਗਿਆ ਇਹ ਲਾਈਟ ਲਾਉਣ। ਜਦੋਂ ਕਨੈਕਸ਼ਨ ਇਕੱਲਾ ਲਾਇਆ ਤਾਂ ਅਚਾਨਕ ਕੋਈ ਬਿਜਲੀ ਆ ਗਈ ਉੱਥੇ। ਪ੍ਰੋਪਰ ਹੁਣ ਸਾਨੂੰ ਉਹਦਾ ਪਤਾ ਨਹੀਂ ਹੈ ਵੀ ਇਕੱਲਾ ਬੰਦਾ ਉੱਥੇ ਇਕੱਲਾ ਸਪੌਟ 'ਤੇ ਡੈਥ ਦੇਖੀ ਗਈ ਹੈ। ਤੇ ਅੱਜ ਬੜੇ ਦੁੱਖ ਦੀ ਗੱਲ ਆ ਕਿ ਸਾਡੀ ਅੱਜ ਇੱਕ ਹੋਰ ਮਾਂ ਦਾ ਪੁੱਤ ਤੇ ਭੈਣ ਦਾ ਵੀਰ ਸਾਡੇ ਕੋਲੋਂ ਅੱਜ ਵਿਛੜਿਆ, ਜਿਹੜਾ ਕਿ ਸਾਡੇ ਸਾਥੀ CHB ਕੰਮ ਆ ਕੁਲਦੀਪ ਸਿੰਘ। ਕਰੰਟ ਦੌਰਾਨ ਹਾਦਸਾ ਹੋਇਆ, ਜਿਹੜਾ ਕਿ 1 ਵਜੇ ਤੋਂ ਲੈ ਕੇ ਕਰੰਟ ਲੱਗਿਆ ਹੋਇਆ। 1 ਤੋਂ ਦੇਖ ਲਓ ਤੁਸੀਂ ਟਾਈਮ ਕਿਹੜਾ ਆ ਗਿਆ ਹੁਣ ਤੱਕ ਦਾ, ਪਰ ਉੱਥੇ ਕਿਸੇ ਦੇ ਮਤਲਬ ਦੇਖਿਆ ਤੱਕ ਨਹੀਂ ਹੈਗਾ, ਕਿਸੇ ਮੈਨੇਜਮੈਂਟ ਦੇ ਅਧਿਕਾਰੀ ਨੇ ਉਹਨੂੰ ਚੱਕਿਆ ਤੱਕ ਨਹੀਂ ਹੈਗਾ ਕਿ ਉਹਦਾ ਮਤਲਬ ਇਲਾਜ ਆ ਜਿਹੜਾ ਉਹ ਕਰਾਇਆ ਜਾਵੇ। ਤੇ ਹਾਦਸਾ ਮਤਲਬ ਕੋਈ ਪਹਿਲਾਂ ਨਹੀਂ, ਬਹੁਤ ਹਾਦਸੇ ਵਾਪਰੇ ਆ। ਬਹੁਤ ਦੁੱਖ ਦੀ ਗੱਲ ਆ ਵੀ ਐਵੇਂ ਮਾਵਾਂ ਦੇ ਪੁੱਤ ਜਿਹੜੇ ਮਤਲਬ ਜਾ ਰਹੇ ਆ। ਤੇ ਅੱਜ ਅਸੀਂ ਸਾਡੇ ਪਰਿਵਾਰ, ਸਾਡੇ 2 ਬੱਚੇ ਨੇ ਤੇ ਸਾਡੀ ਭੈਣ ਵੀ ਆ, ਮਤਲਬ ਸਾਡੀ ਮਾਂ ਏ, ਉਹ ਮਤਲਬ ਅੱਜ ਤੜਫ ਰਹੀ ਆ। ਤੇ ਅੱਜ ਅਸੀਂ ਯੂਨੀਅਨ ਵੱਲੋਂ ਇਕੱਠੇ ਹੋ ਕੇ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਪਰਿਵਾਰ ਨੂੰ ਜਦ ਤੱਕ ਸਰਕਾਰੀ ਨੌਕਰੀ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਮੁਆਵਜ਼ੇ ਦਾ ਪੂਰਾ ਪ੍ਰਬੰਧ ਨਹੀਂ ਕੀਤਾ ਜਾਂਦਾ, ਜਿਹੜੇ ਅਧਿਕਾਰੀ ਆ ਉਹਨਾਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਅਸੀਂ ਮਤਲਬ ਇਹ ਜਿਹੜਾ ਪਰਿਵਾਰ ਨਾਲ ਮਿਲ ਕੇ ਜਿਵੇਂ ਵੀ ਪਰਿਵਾਰ ਡਿਸਾਈਡ ਕਰੂਗਾ, ਅਸੀਂ ਪਰਿਵਾਰ ਦੇ ਨਾਲ ਮੋਢਾ ਲਾ ਕੇ ਖੜਾਂਗੇ। ਤੇ ਜੇ ਲੋੜ ਪਈ ਤਾਂ SC ਦਫ਼ਤਰ ਦਾ ਘਰੋਂ ਵੀ ਕਰਾਂਗੇ। ਦੀਨਾਨਗਰ ਦੇ ਗੁਰਦੁਆਰਾ ਸ਼ੇਰੇ ਪੰਜਾਬ ਰਣਜੀਤ ਸਿੰਘ ਵਿਖੇ ਕਾਫੀ ਸਮੇਂ ਤੋਂ ਹੈੱਡ ਗ੍ਰੰਥੀ ਦਾ ਬੇਟਾ ਦਵਿੰਦਰ ਸਿੰਘ ਆਪਣੇ ਪਿਤਾ ਨਾਲ ਗੁਰੂ ਘਰ ਵਿੱਚ ਰਹਿੰਦਾ ਸੀ, ਪਰ ਅੱਜ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਤੇ ਛੱਤ ਤੇ ਲੱਗੇ ਪੱਖੇ ਨਾਲ ਲਮਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਰਨ ਵਾਲੇ ਦੇ ਪਰਿਵਾਰਕ ਦਾ ਕਹਿਣਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ ਤੇ ਉਹਨਾਂ ਨੂੰ ਗੁਰੂ ਘਰ ਵਿੱਚੋਂ ਕੱਢਣ ਦੀਆਂ ਸਾਜ਼ਿਸ਼ਾਂ ਵੀ ਰਚ ਰਹੇ ਸਨ, ਜਿਸ ਕਰਕੇ ਉਹਨਾਂ ਦੇ ਬੇਟੇ ਨੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਮੇਰੇ ਹਸਬੈਂਡ ਤੇ ਨਾ ਟੌਰਚ ਕਰਦੇ ਅਭਜਨ ਸਿੰਘ ਭੱਟੀ ਆ ਰੇਤੇ ਬਜਰੀ ਵਾਲਾ, ਇਹਦੀ ਇੱਕ ਕੁੜੀ ਬੇਵੀ, 2-3 ਲਵਾਣੇ ਲਖਵਿੰਦਰ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ, ਹੋਰ ਵੀ ਆਉਂਦੇ ਰਹੇ ਬੜੇ ਜਾਣੇ। ਇਹਨਾਂ ਨੇ ਆਣ ਕੇ ਇੱਥੇ ਧਮਕੀ ਦਿੱਤੀ ਇਹਨੂੰ ਮਾਰਨਾ ਹੈ। ਮੈਂ ਅੱਗੇ ਹੋਈ, ਅਭਜਨ ਸਿੰਘ ਮੈਨੇਜਰ ਹੈ ਨਾ ਜਿਹੜਾ, ਇਹਨੇ ਕਿਹਾ ਸੀ ਕਿ ਪਹਿਲਾਂ ਜਾ ਕੇ ਤੇ ਬਾਬੇ ਦੀ ਨੂੰਹ ਦੇ ਹੱਥੀ ਪੈ ਜਾ ਕੇ। ਮੈਂ ਅੱਗੋਂ ਦਾ ਪੈ ਗਈ, ਮੈਂ ਕਿ ਹੱਥ ਲੱਗਦਾ ਸੀ ਮੈਨੂੰ। ਇੰਨੀ ਗੱਲ ਕਹਿਣ ਦੇ ਬਾਅਦ ਮੈਂ ਪਰਾਂ ਹੋ ਗਈ।
ਇਹਨੂੰ ਗਲੇ ਤੋਂ ਫੜ ਕੇ ਇੰਨਾ ਝੰਜੋੜਿਆ, ਇੰਨਾ ਜਲੀਲ ਕੀਤਾ, ਇੰਨਾ ਜਲੀਲ ਕੀਤਾ, ਇੰਨਾ ਜਲੀਲ ਕੀਤਾ। ਕਿਹਨੇ ਕੀਤਾ ਜੀ? ਪੱਟੀ ਨੇ। ਕਹਿੰਦਾ ਲਾਸਟ ਵਾਰਨਿੰਗ ਹੈ ਤੈਨੂੰ ਦਿੱਤੀ ਗਈ, ਤੈਨੂੰ ਹੁਣ ਅਸੀਂ ਮਾਰਨਾ, ਤੈਨੂੰ ਘੇਰਨਾ, ਰਸਤੇ 'ਚ ਟੱਕਰਨਾ। ਰਾਜਾ ਟੈਲੀਕਾਮ ਵਾਲਾ ਜਿਹੜਾ ਤੁਸੀਂ ਜਾਣਦੇ ਹੋਵੋਗੇ, ਉਹਨੇ ਕਿਹਾ ਇਹਨੂੰ ਮਾਰਨਾ ਰਾਹ ਵਿੱਚ ਬੰਦੇ ਪਵਾ ਕੇ। ਸਾਰਿਆਂ ਨੇ ਰਲ ਕੇ ਇੱਕ ਸਾਜ਼ਿਸ਼ ਬਣਾਈ। ਮੈਨੂੰ ਇਨਸਾਫ ਦਿੱਤਾ ਜਾਏ। ਅਸੀਂ ਗੁਰਦੁਆਰੇ ਵਿੱਚੋਂ ਕੁਛ ਨਹੀਂ ਖਾਧਾ, ਸਿਰਫ ਅਸੀਂ ਸੇਵਾ ਕੀਤੀ। 13 ਸਾਲ ਤੋਂ ਅਸੀਂ ਸੇਵਾ ਕਰਦੇ ਪਏ ਹਾਂ। ਮੈਨੇਜਰ ਬਚਨ ਸਿੰਘ ਆ ਜਿਹੜਾ, ਇਹਨੇ ਹਰ ਗੋਲਕ ਵਿੱਚੋਂ 50-50 ਹਜ਼ਾਰ ਰੁਪਇਆ ਕੱਢਿਆ। ਹਰ ਗੋਲਕ ਵਿੱਚੋਂ 50-50 ਹਜ਼ਾਰ ਰੁਪਇਆ ਕੱਢਿਆ। ਸਾਡੇ ਤੇ ਇਲਜ਼ਾਮ ਲਾਉਂਦੇ ਸੀ ਇਹ ਗੁਰਦੁਆਰਾ ਖਾਂਦੇ ਆ, ਇਹ ਸੇਵਾ ਨਹੀਂ ਕਰਦੇ, ਐਦਾਂ ਕਰਦੇ ਆ। ਮੈਨੇਜਰ ਦੀ ਵੀਡੀਓ ਬਣੀ ਕੈਮਰੇ ਵਿੱਚ, ਨਾ ਇਹਦਾ ਲਾਉਂਦੇ ਸੀ ਕਿ ਇਹਨੇ ਦਵਿੰਦਰ ਨੇ ਬਣਾਈ ਆ, ਪਰ ਦਵਿੰਦਰ ਨੇ ਨਹੀਂ ਬਣਾਈ। ਉਹਦੀ ਕਾਦੀ ਵੀਡੀਓ ਬਣੀ? ਚੋਰੀ ਕਰਦੇ ਦੀ ਗੋਲਕ ਗੇਂਦੇ ਪਏ ਸੀ ਤੇ ਇਹਨੇ ਚੋਰੀ ਕਰਕੇ ਤੇ ਆਪਣੇ ਬੋਝੇ ਵਿੱਚ ਨੋਟ ਪਾਏ ਸੀ, ਪਰ ਨਾ ਇਹਦਾ ਲਾਉਂਦੇ ਸੀ। ਇਹਨੇ ਨਹੀਂ ਬਣਾਈ ਵੀਡੀਓ। ਮੈਂ ਮਹਾਰਾਜ ਦੇ ਘੜੀ ਖਲੋਤੀ ਆ, ਮੈਂ ਝੂਠ ਨਹੀਂ ਬੋਲਦੀ। ਉਹਦੇ ਕਰਕੇ ਇਹਨੂੰ ਤੰਗ ਪਛਾਣ ਹਾਂਜੀ ਹਾਂਜੀ। ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਵਿੱਚ ਜਗੀਰ ਸਿੰਘ ਨਾਂ ਦੇ ਜਿਹੜੇ ਗ੍ਰੰਥੀ ਆ, ਪਿਛਲੇ 10 ਸਾਲ ਤੋਂ ਸੇਵਾ ਨਿਭਾ ਰਹੇ ਨੇ। ਉਹਨਾਂ ਦਾ ਬੇਟਾ ਸੀਗਾ ਦਵਿੰਦਰ ਸਿੰਘ, ਜਿਹਦੇ ਬਾਰੇ ਅੱਜ ਪਤਾ ਲੱਗਾ ਕਿ ਉਹਨੇ ਦੀਵਾਨ ਹਾਲ ਦੇ ਵਿੱਚ ਲਟਕ ਕੇ ਛੱਤ ਦੇ ਨਾਲ ਤੇ ਆਤਮ ਹੱਤਿਆ ਕਰ ਲਈ ਆ, ਜਿਹਨੂੰ ਪਹਿਲਾਂ ਹਸਪੀਟਲ ਲੈ ਕੇ ਗਏ ਸੀ, ਹੁਣ ਵਾਪਸ ਲੈਣ ਦਾ ਉਹਦੀ ਡੈਥ ਹੋ ਚੁੱਕੀ ਆ। ਅਸੀਂ ਇਤਲਾਹ ਮਿਲ 'ਤੇ ਇੱਥੇ ਪਹੁੰਚੇ ਹਾਂ। ਪਰਿਵਾਰ ਨੂੰ ਪੁੱਛਗਿੱਛ ਕੀਤੀ ਜਾ ਰਹੀ ਆ। ਜੋ ਵੀ ਉਹ ਸਟੇਟਮੈਂਟ ਦਿੰਦੇ ਨੇ ਉਹਦੇ ਮੁਤਾਬਕ ਅਸੀਂ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ। ਜੋ ਵੀ ਉਹ ਸਾਨੂੰ ਸਟੇਟਮੈਂਟ ਲਿਖਾਉਣਗੇ ਜੀ, ਲਿਖਣ ਲੱਗੇ ਆ। ਲਿਖਣ ਤੋਂ ਬਾਅਦ ਜੋ ਵੀ ਉਹ ਕਹਿਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਦਿਆਂਗੇ। ਜਿਹਦੇ ਵੀ ਖਿਲਾਫ ਕਹਿਣਗੇ ਅਸੀਂ ਦੇਖ ਲਾਂਗੇ। ਪਾਰਟਿਕੂਲਰ 2 ਬੰਦੇ ਦੇ ਨਾਮ ਵੀ ਜਿਹੜੇ ਸਾਹਮਣੇ ਆਏ ਮੇਰੀ ਅਜੇ ਗੱਲ ਹੋਈ ਨਹੀਂ, ਉਹ ਗੱਲ ਹੋ ਜਾਂਦੀ ਆ ਕਲੀਅਰ, ਤੇ ਸਾਰੀ ਗੱਲ ਜਿਹੜੀ ਉਹ ਕਲੀਅਰ ਕਰ ਲੈਂਦੇ ਹਾਂ। ਵੇਖੋ ਜੀ, ਮੇਰੇ ਧਿਆਨ ਵਿੱਚ ਤਾਂ ਇਹੀ ਆ ਕਿ ਉਹਨੇ ਸੁਸਾਈਡ ਕੀਤੀ ਆ, ਕਿਉਂ ਕੀਤੀ ਆ, ਉਹ ਕਾਰਨ ਹੁਣ ਐਵੀਡੈਂਸ ਇਕੱਠੀ ਕਰਦੇ ਆ, ਸਾਰਾ ਕੁਝ ਸਾਹਮਣੇ ਆ ਜਾਏਗਾ। ਥੋੜਾ ਸਮਾਂ ਲੱਗੇਗਾ। ਜ਼ਿਲ੍ਹਾ ਗੁਰਦਾਸਪੁਰ ਦੇ ਕਾਨੂੰਵਾਲ ਦੀ ਦਾਣਾ ਮੰਡੀ ਵਿੱਚ ਸਾਂਝਾ ਕਿਸਾਨ ਮੋਰਚਾ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਕਿਸਾਨ ਮਹਾਸਭਾ ਕਰਵਾਈ ਗਈ, ਜਿਸ ਵਿੱਚ ਸੈਂਕੜੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਤੇ ਕਿਸਾਨ ਆਗੂਆਂ ਦੇ ਵਿਚਾਰ ਸੁਣੋ। ਬੁਲਾਰਿਆਂ ਨੇ ਕਿਹਾ 26 ਜਨਵਰੀ ਤੋਂ ਬਾਅਦ ਇਕੱਠ ਵਿੱਚ ਗਿਰਾਵਟ ਆ ਗਈ ਸੀ, ਪਰ ਹੁਣ ਸਭ ਕੁਝ ਠੀਕ ਹੈ। ਸਾਨੂੰ ਸਭ ਨੂੰ ਦਿੱਲੀ ਜਾ ਕੇ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਦੇਖੋ, ਜਿਹੜਾ ਦਿੱਲੀ ਅੰਦੋਲਨ ਚੱਲ ਰਿਹਾ, ਲਗਭਗ 4 ਮਹੀਨੇ ਇੱਥੇ ਪੰਜਾਬ ਪਹਿਲਾਂ ਚੱਲਿਆ, ਫਿਰ 4 ਮਹੀਨੇ ਤੋਂ ਹੁਣ ਦਿੱਲੀ ਚੱਲ ਰਿਹਾ, ਔਰ ਇਸ ਅੰਦੋਲਨ ਦੇ ਵਿੱਚ ਇਹਨੂੰ ਹੋਰ ਤਿੱਖਾ ਕਰਨ ਵਾਸਤੇ, ਅੰਦੋਲਨ ਨੂੰ ਇਹਦੇ ਵਿੱਚ ਬਲ ਲਿਆਉਣ ਵਾਸਤੇ ਹੋਰ, ਸੋ ਇਹ ਜਿਹੜੀਆਂ ਮਹਾਪੰਚਾਇਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਹੋ ਰਿਹਾ ਤਾਂ ਸੀਗਾ ਵੈਸੇ ਹਰਿਆਣਾ ਦੇ ਵਿੱਚ, ਯੂਪੀ ਦੇ ਵਿੱਚ, ਪਰ ਇਹ ਲੱਗਿਆ ਵੀ ਕਿਤੇ ਨਾ ਕਿਤੇ ਆਪਾਂ ਪੰਜਾਬ ਦੇ ਵਿੱਚ ਵੀ ਜਿਹੜਾ ਨੌਜਵਾਨ ਵਰਗ ਹੈ ਉਹਨੂੰ ਹੋਰ ਉਤਸ਼ਾਹਿਤ ਕਰਕੇ ਵੀ ਇਹ ਆਪਣੀ ਲੜਾਈ ਜਿਹੜੀ ਆਪਣੀ ਜ਼ਮੀਰ ਦੀ ਲੜਾਈ ਆ, ਆਪਣੇ ਹੱਕਾਂ ਦੀ ਲੜਾਈ ਆ ਔਰ ਕਿਸਾਨੀ ਦੀ ਲੜਾਈ ਆ, ਇਹਨੂੰ ਲੜਾਈ ਨੂੰ ਜਿੱਤਣ ਲਈ ਆਪਾਂ ਵੱਧ ਤੋਂ ਵੱਧ ਉੱਥੇ ਸ਼ਮੂਲੀਅਤ ਕਰ ਸਕੀਏ, ਵੱਧ ਤੋਂ ਵੱਧ ਉੱਥੇ ਲੋਕ ਲੈ ਕੇ ਜਾ ਸਕੀਏ। ਇਸ ਕਰਕੇ ਇਹ ਜਿਹੜੀਆਂ ਮਹਾਪੰਚਾਇਤਾਂ ਦਾ ਆਗਾਜ਼ ਕੀਤਾ ਸੀ, ਉਹਦੇ ਤਹਿਤ ਪੰਜਾਬ ਹੋ ਰਹੀਆਂ ਨੇ। ਫਿਰ ਮੰਨ ਕੇ ਚੱਲੀਏ ਕਿ ਜਿਹੜਾ ਅੰਦੋਲਨ ਆ ਥੋੜਾ ਡਾਵਾਂਡੋਲ ਹੋਣ ਦੀ ਆਇਆ ਕਗਾਰ ਤੇ, ਜਿਹਦੇ ਕਰਕੇ ਸੁਭਾਵਾਂ ਕੀਤੀਆਂ ਨਹੀਂ, ਇਹਨੂੰ ਡਾਮਾਡੋਲ ਨਹੀਂ ਕਹਿ ਸਕਦੇ, ਇਹਨੂੰ ਇਹ ਕਹਿ ਸਕਦੇ ਹਾਂ ਕਿ ਜਿਹੜਾ 26 ਤੋਂ ਬਾਅਦ ਥੋੜ੍ਹਾ ਜਿਹਾ ਮਾੜੀ ਮੋਟੀ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਲੋਕਾਂ ਦੀ ਨਿਰਾਸ਼ਾ ਸੀ, ਜਿਹੜੇ ਨਗਰਾਂ ਤੋਂ ਉੱਥੇ ਨਹੀਂ ਦਿੱਲੀ ਜਾ ਸਕੇ ਕਿਉਂਕਿ ਉੱਥੇ ਇੰਟਰਨੈਟ ਸੇਵਾਵਾਂ ਬੰਦ ਕਰਤੀਆਂ ਗਈਆਂ ਸਨ। ਜਿਨ੍ਹਾਂ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਵੀ ਅੰਦੋਲਨ ਸ਼ਾਇਦ ਮੱਠਾ ਹੋ ਗਿਆ, ਉਹਨਾਂ ਨੂੰ ਇਹ ਦੱਸਣ ਵਾਸਤੇ, ਤੇਜ਼ੀ ਲਿਆਉਣ ਵਾਸਤੇ ਕਿ ਇਹ ਜਿਹੜਾ ਅੰਦੋਲਨ ਹੈ ਮੱਠਾ ਨਹੀਂ, ਅੰਦੋਲਨ ਪੀਕ 'ਤੇ ਆ, ਬਿਲਕੁਲ ਅੰਦੋਲਨ ਜਿਹੜਾ ਚੜ੍ਹਦੀ ਕਲਾ 'ਚ ਹੈ। ਸੋ ਇਸ ਕਰਕੇ ਇਹ ਜਿਹੜੀਆਂ ਮਹਾਸਭਾਵਾਂ ਇਹਨਾਂ ਦਾ ਆਗਾਜ਼ ਕੀਤਾ ਗਿਆ। ਕਿਸਾਨ ਆਗੂਆਂ ਤੇ ਹਮਲੇ ਹੋ ਰਹੇ ਆ, ਇਹਨਾਂ ਨੂੰ ਕਿਸ ਨਿਗਾਹ ਨਾਲ ਦੇਖਦੇ ਹੋ? ਦੇਖੋ, ਬੀਜੇਪੀ ਕੁਝ ਵੀ ਕਰ ਸਕਦੀ ਹੈ। ਬੀਜੇਪੀ ਜਿਹੜੀ ਆ ਉਹਦਾ ਬੜਾ ਦੋਗਲਾ ਚਿਹਰਾ ਹੈ। ਉਹ ਮਤਲਬ ਇਹ ਕਹਿ ਸਕਦੇ ਹਾਂ ਵੀ ਇੱਕ ਪਾਸੇ ਤਾਂ ਉਹ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਪੱਖੀ ਹਾਂ, ਅਸੀਂ ਆਮ ਗਰੀਬਾਂ ਦੇ ਪੱਖੀ ਹਾਂ, ਪਰ ਉਹ ਕਿਸੇ ਦੇ ਪੱਖੀ ਨਹੀਂ ਹੈ, ਉਹ ਸਿਰਫ ਆਪਣੀ ਕੁਰਸੀ ਦੇ ਪੱਖੀ ਹੈ। ਸੋ ਇਸ ਕਰਕੇ ਉਹਨਾਂ ਨੂੰ ਆਪਣੀ ਕੁਰਸੀ ਬਚਾਉਣ ਲਈ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਆ, ਪਰ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਔਰ ਇਹ ਵਾਰਨਿੰਗ ਵੀ ਦਿੰਦੇ ਹਾਂ ਵੀ ਜੇਕਰ ਤੁਸੀਂ ਕਿਸੇ ਕਿਸਾਨ 'ਤੇ ਇਦਾਂ ਦੀ ਹਰਕਤ ਕਰਵਾਈ ਤੇ ਉਹਦਾ ਖਮਿਆਜਾ ਭੁਗਤਣ ਨੂੰ ਵੀ ਤਿਆਰ ਰਹੋ। ਜਿਵੇਂ ਪੰਜਾਬ ਤੇ ਹਰਿਆਣਾ 'ਚ ਤਾਂ ਇਹਨਾਂ ਦੇ ਬਣਨਾ ਲਗਭਗ ਬੰਦ ਕਰ ਦਿੱਤਾ ਇਹਨਾਂ ਦਾ ਵੀ ਨਹੀਂ ਆਊਗੇ ਘਰਾਂ ਦੇ ਵਿੱਚ, ਲੋਕਾਂ ਦੇ ਪਿੰਡਾਂ 'ਚ ਨਹੀਂ ਵੜ ਸਕਣਗੇ, ਪਰ ਪੂਰੇ ਭਾਰਤ 'ਚ ਕਰ ਦਿਆਂਗੇ। ਸਾਰੀਆਂ ਸਟੇਟਾਂ ਜਾ ਰਹੇ ਹਾਂ, ਮੈਂ ਕਲਕੱਤੇ ਜਾ ਕੇ ਆਇਆ, ਯੂਪੀ ਬਾਂਦਾ ਜਾ ਕੇ ਆਇਆ, ਬੰਗਲੌਰ ਗਏ ਹਾਂ, ਫਿਰ ਰਾਜਸਥਾਨ 3-4 ਮਹਾਸਭਾ ਹੋਈਆਂ ਨੇ। ਸੋ ਇਸ ਕਰਕੇ ਇਹ ਉੱਥੇ ਲੋਕਾਂ ਨੂੰ ਅਗਾਹ ਕਰ ਰਹੇ ਵੀ ਇਸ ਤੋਂ ਬੀਜੇਪੀ ਤੋਂ ਬਚੋ, ਬੀਜੇਪੀ ਭਗਾਓ, ਦੇਸ਼ ਬਚਾਓ। ਇਹਦਾ ਕੋਈ ਅਸਰ ਹੋਏਗਾ ਜੀ? ਜਿਸ ਤਰ੍ਹਾਂ ਤੁਸੀਂ ਪੱਛਮੀ ਬੰਗਾਲ ਦਾ ਜਿੱਥੇ ਵੀ ਇਲੈਕਸ਼ਨ ਹੋ ਰਹੀ ਉੱਥੇ ਜਾ ਰਹੇ ਆ ਕਿਸਾਨ ਜਥੇਬੰਦੀਆਂ, ਕੋਈ ਫਰਕ ਪਊਗਾ ਇਸ ਦਾ? ਤੁਸੀਂ ਵੇਖੋ ਨਾ, ਇਹ ਪੰਜਾਬ ਦੇ ਵਿੱਚ ਕਲੀਨ ਸਵੀਪ ਹੋ ਗਿਆ ਬੀਜੇਪੀ, ਜਿਹੜੀਆਂ ਨਗਰਪਾਲਿਕਾ ਨਗਰ ਨਿਗਮਾਂ ਦੀਆਂ ਚੋਣਾਂ ਸਨ। ਇਸੇ ਤਰ੍ਹਾਂ ਹਰਿਆਣੇ 'ਚ ਇਹਨਾਂ ਨੂੰ ਹੁਣ ਬਹੁਤ ਲੋਕਾਂ ਨੇ ਇਹਨਾਂ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰ ਨਹੀਂ ਦਿੱਤਾ, ਹੈਲੀਪੈਡ ਪਰ ਸੁੱਟਿਆ।
ਔਰ ਇਸੇ ਤਰ੍ਹਾਂ ਮੈਂ ਹੁਣ ਕੱਲ ਪੇਪਰ 'ਚ ਪੜ੍ਹ ਰਿਹਾ ਸੀ, ਆਂਧਰਾ ਦੇ ਵਿੱਚ ਕਲੀਨ ਸਵੀਪ ਹੋ ਗਏ ਨਗਰ ਨਿਗਮਾਂ ਦੀਆਂ ਚੋਣਾਂ ਦੇ ਵਿੱਚ। ਸੋ ਇਹਦਾ ਅਸਰ ਜਿਹੜਾ ਬਹੁਤ ਵਧੀਆ ਦਿਖ ਰਿਹਾ ਔਰ ਇਹ ਜਨ ਅੰਦੋਲਨ ਬਣ ਰਿਹਾ, ਪੂਰੇ ਭਾਰਤ ਦਾ ਅੰਦੋਲਨ ਬਣ ਰਿਹਾ। ਮੈਂ ਇਹ ਕਹਾਂਗਾ, ਮੈਨੂੰ ਕਿਸੇ ਤੁਹਾਡੇ ਵਰਗੇ ਭਰਾ ਵੀਰ ਨੇ ਪੁੱਛਿਆ ਇੱਥੇ ਦਿੱਲੀ ਸਿੰਘੂ ਬਾਰਡਰ ਤੇ ਕਿ ਜੇ ਲੰਬਾ ਚੱਲੇ ਤੇ ਇਹਦੇ ਵਿੱਚ ਸਰਕਾਰ ਨੂੰ ਫਾਇਦਾ ਕਿ ਤੁਹਾਨੂੰ? ਮੈਂ ਕਿਹਾ ਸਾਨੂੰ ਫਾਇਦਾ ਹੈ। ਸਾਨੂੰ ਇਸ ਕਰਕੇ ਫਾਇਦਾ ਲੰਬਾ ਚੱਲਣ 'ਚ ਕਿ ਇਹ ਜਿਹੜੀ ਸਾਡਾ ਅੰਦੋਲਨ ਹੈ, ਖਾਸ ਕਰ ਪੰਜਾਬ ਮੋਹਰੀ ਹੋ ਕੇ ਚੱਲਿਆ। ਜਿੰਨਾ ਅੰਦੋਲਨ ਲੰਬਾ ਚੱਲੇਗਾ, ਬੀਜੇਪੀ ਪੂਰੇ ਨੰਗਾ ਚਿਹਰਾ ਹੋਗਾ ਬੀਜੇਪੀ ਦਾ ਪੂਰੇ ਭਾਰਤ ਦੇ ਵਿੱਚ, ਤੇ ਓਨਾ ਹੀ ਜਿਹੜਾ ਸਾਡੀ ਸਿੱਖ ਕੌਮ ਹੈ, ਸਾਡਾ ਪੰਜਾਬ ਹੈ, ਇਹਦਾ ਸਿਰ ਉੱਚਾ ਹੋਊਗਾ। ਅੰਦੋਲਨ ਚੜ੍ਹਦੀ ਕਲਾ 'ਚ ਹੈ, ਦਿਨੋਂ ਦਿਨ ਅੰਦੋਲਨ ਫੈਲ ਰਿਹਾ ਹੈ ਪੂਰੇ ਦੇਸ਼ ਦੇ ਅੰਦਰ। ਜਿਹੜੀ ਸਰਕਾਰ ਜਿਹੇ ਜਿਹਾ ਸਰਕਾਰ ਦਾ ਸੁਭਾਅ ਸੀ, ਅੱਜ ਲੋਕ ਉਸ ਰੂਪ ਦੇ ਵਿੱਚ ਇਹਨਾਂ ਨੂੰ ਜਵਾਬ ਦੇਣ ਤੇ ਤੁਰੇ ਹੋਏ ਨੇ। ਜਿਵੇਂ ਯੂਪੀ ਦੇ ਵਿੱਚ ਅੰਦੋਲਨ ਫੈਲ ਚੁੱਕਿਆ ਹੈ, ਇੱਧਰ ਰਾਜਸਥਾਨ ਦੇ ਵਿੱਚ ਅੰਦੋਲਨ ਫੈਲਣਾ ਸ਼ੁਰੂ ਹੋਇਆ ਹੋਇਆ ਹੈ। ਜਿਵੇਂ ਜਿਵੇਂ ਅੰਦੋਲਨ ਬਾਹਰਲੀਆਂ ਸਟੇਟਾਂ, ਜਿਵੇਂ ਤੁਸੀਂ ਦੇਖਿਆ ਵੱਡਾ ਹੁੰਗਾਰਾ ਮਿਲਿਆ ਹੈ ਅੰਦੋਲਨ ਨੂੰ ਪੱਛਮੀ ਬੰਗਾਲ ਦੇ ਵਿੱਚ, ਤਾਂ ਜਿਸ ਦਿਨ ਦਾ ਹੁੰਗਾਰਾ ਮਿਲਿਆ ਹੈ ਉਸ ਦਿਨ ਦਾ ਤੁਸੀਂ ਦੇਖ ਰਹੇ ਹੋ ਬੀਜੇਪੀ ਦੇ ਅੰਦਰ ਵੀ ਕੁਛ ਨਾ ਕੁਛ ਹਲਚਲ ਨਜ਼ਰ ਆ ਰਹੀ ਹੈ। ਇਹ ਹਲਚਲ ਇਹ ਸੰਕੇਤ ਦੇ ਰਹੀ ਹੈ ਕਿ ਇੱਕ ਨਾ ਇੱਕ ਦਿਨ ਸਰਕਾਰ ਨੂੰ ਕਿਸਾਨਾਂ ਦੀਆਂ ਇਹਨਾਂ ਜਾਇਜ਼ ਮੰਗਾਂ ਦੇ ਸਾਹਮਣੇ ਝੁਕਣਾ ਪੈਣਾ, ਪਿੱਛੇ ਹਟਣਾ ਪੈਣਾ, ਇਹ ਕਾਨੂੰਨ ਰੱਦ ਕਰਨੇ ਪੈਣੇ ਆ। ਔਰ ਇਹ ਅੰਦੋਲਨ ਬਹੁਤ ਵਧੀਆ ਚੜ੍ਹਦੀ ਕਲਾ ਦੇ ਵਿੱਚ ਜਿੱਤ ਵੱਲ ਨੂੰ ਜਾ ਰਿਹਾ। ਲੱਗਦਾ ਨਹੀਂ ਸਾਰੇ ਜਥੇਬੰਦੀਆਂ ਨੂੰ ਇੱਕ ਸਟੇਜ ਤੇ ਇਕੱਠੇ ਹੋ ਜਾਣਾ ਚਾਹੀਦਾ ਸੀ ਪਹਿਲਾਂ ਹੀ, ਤੇ ਇਹ ਜਿੱਤ ਵੀ ਪਹਿਲਾਂ ਮਿਲ ਸਕਦੀ ਸੀ। ਨਹੀਂ ਦੇਖੋ, ਜਥੇਬੰਦੀਆਂ ਇੱਕ ਸਟੇਜ ਤੇ ਨਾ ਇਕੱਠੀਆਂ ਹੋਣ ਵਾਲੀ ਕੋਈ ਗੱਲ ਨਹੀਂ ਹੁੰਦੀ। ਵੱਖ-ਵੱਖ ਵਿਚਾਰਧਾਰਾਵਾਂ ਹੈ, ਜੇ ਵਿਚਾਰਧਾਰਾਵਾਂ ਵੱਖਰੀਆਂ ਨਾ ਹੁੰਦੀਆਂ ਜਥੇਬੰਦੀਆਂ ਇੰਨੀਆਂ ਬਣਦੀਆਂ ਨਹੀਂ ਸੀ। ਫਿਰ ਅਕਸਰ ਇੰਨੇ ਸਾਰਿਆਂ ਨੂੰ ਇਕੱਠੇ ਕਰਨ 'ਤੇ ਸਮਾਂ ਤੇ ਲੱਗਣਾ ਹੁੰਦਾ ਹੈ। 400-450 ਜਥੇਬੰਦੀ ਇਕੱਠੀ ਕਰਨੀ ਕੋਈ ਛੋਟਾ ਜਿਹਾ ਕੰਮ ਨਹੀਂ, ਬਹੁਤ ਲੰਬੀ ਮਿਹਨਤ ਦੇ ਨਾਲ ਇਕੱਠੀਆਂ ਹੋਈਆਂ। ਲੇਕਿਨ ਆਹਿਸਤਾ ਇਕੱਠੀਆਂ ਹੋਣ ਤੋਂ ਬਾਅਦ ਵੀ ਸਰਕਾਰ ਇਹਨੂੰ ਇਹ ਮੰਨਦੀ ਰਹੀ ਹੈ ਕਿ ਮੁੱਠੀ ਭਰ ਲੋਕ ਹੈ। ਲੇਕਿਨ ਜਦੋਂ ਅੱਜ ਉਹਨਾਂ ਦੀ ਭਾਸ਼ਾ 'ਚ ਲੋਕਾਂ ਨੇ ਜਵਾਬ ਦੇਣਾ ਸ਼ੁਰੂ ਕੀਤਾ ਹੈ, ਹੁਣ ਸਰਕਾਰ ਮੰਨਣ ਲੱਗੀ ਹੈ ਕੁਛ ਕਿ ਲੋਕਾਂ ਦੀਆਂ ਭੀੜਾਂ ਹੋਣੀਆਂ ਸ਼ੁਰੂ ਹੋਈਆਂ, ਵੱਡੇ ਇਕੱਠ ਹੋਣੇ ਸ਼ੁਰੂ ਹੋਈ ਹੈ। ਔਰ ਇਹ ਭੀੜਾਂ ਨੂੰ ਸਮਝਦੀ ਹੈ ਸਰਕਾਰ, ਜਾਣਦੀ ਹੈ ਕਿ ਜੇ ਇਹ ਭੀੜਾਂ ਸਦਾ ਤੇ ਬਿਠਾ ਸਕਦੀਆਂ ਤਾਂ ਸਦਾ ਤੋਂ ਉਤਾਰ ਵੀ ਸਕਦੀਆਂ। ਔਰ ਇਸੇ ਡਰ ਤੋਂ ਸਰਕਾਰ ਹੁਣ ਮਤਲਬ ਇਹਨਾਂ ਦੇ ਅੰਦਰ ਬੀਜੇਪੀ ਦੇ ਅੰਦਰ ਹਿਲਚੁਲ ਨਜ਼ਰ ਆ ਰਹੀ ਹੈ। ਔਰ ਆਹਿਸਤਾ ਤੁਸੀਂ ਦੇਖੋਗੇ ਇਹ ਫੈਸਲੇ ਨੇ ਕਿਸਾਨਾਂ ਦੇ ਹੱਕ 'ਚ ਹੋਣਾ ਹੈ। ਇਹ ਜੋ ਜਨ ਸਭਾਵਾਂ ਚੱਲਦੀਆਂ ਪਈਆਂ ਵਾ, ਕੀ ਸਮਝਦੇ ਸਰਕਾਰ ਤੇ ਕੋਈ ਦਬਾਅ ਬਣੇਗਾ, ਇਸ ਦਾ ਕੋਈ ਅਸਰ ਨਜ਼ਰ ਆਏਗਾ? ਦੇਖੋ, ਜਿਵੇਂ ਇਹ ਜਨ ਸਭਾਵਾਂ ਹੋ ਰਹੀਆਂ ਹੈ, ਤੁਸੀਂ ਦੇਖ ਰਹੇ ਹੋ ਸਰਕਾਰ ਦੀ ਆਵਾਜ਼, ਸਰਕਾਰ ਦੀ ਬੋਲੀ ਬਦਲਣੀ ਸ਼ੁਰੂ ਹੋਈ ਹੈ। ਤੇ ਜੇ ਜਨ ਸਭਾਵਾਂ ਹੋਣ ਨਾਲ ਏਡੇ ਇਕੱਠ ਹੋਣ ਨਾਲ ਹੀ ਸਾਰਾ ਕੁਝ ਹੋ ਰਿਹਾ ਤਾਂ ਇਹ ਕੋਈ ਗੱਲ ਨਹੀਂ ਹੈ। ਜਿਵੇਂ ਲੋਕਾਂ ਦੇ ਇਕੱਠ ਹੁੰਦੇ ਨੇ, ਲੋਕ ਜਾਗਰਤ ਹੁੰਦੇ ਨੇ, ਲੋਕਾਂ ਦੇ ਵਿੱਚ ਅੰਦੋਲਨ ਦੇ ਪ੍ਰਤੀ ਜਾਗਰਤੀ ਆ ਰਹੀ ਹੈ। ਮੈਂ ਬਹੁਤ ਸਾਰੀਆਂ ਸਭਾਵਾਂ ਇਹੋ ਜਿਹੀਆਂ 'ਚ ਗਿਆ ਹੈ ਜਿਨ੍ਹਾਂ ਨੂੰ ਜਥੇਬੰਦੀਆਂ ਨੇ ਨਹੀਂ ਬੁਲਾਇਆ, ਜਥੇਬੰਦੀਆਂ ਨੇ ਇਕੱਠੀਆਂ ਨਹੀਂ ਕੀਤੀਆਂ, ਲੋਕ ਆਪਣੇ ਆਪ ਇਕੱਠੇ ਹੋਏ ਤੇ ਸਾਨੂੰ ਬੁਲਾਇਆ। ਇਹ ਇੱਕ ਮਤਲਬ ਇੱਕ ਨਵੀਂ ਤਰ੍ਹਾਂ ਦਾ ਸੁਨੇਹਾ ਹੈ ਕਿ ਕਿੱਥੇ ਤਾਂ ਜਥੇਬੰਦੀਆਂ ਲੋਕਾਂ ਨੂੰ ਇਕੱਠੇ ਕਰਕੇ ਕੋਈ ਗੱਲ ਕਹਿਣਾ ਚਾਹੁੰਦੀਆਂ ਤੇ ਕਿੱਥੇ ਜਨਤਾ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਇਹ ਕਹਿੰਦੀ ਹੈ ਵੀ ਆ ਕੇ ਸਾਨੂੰ ਕੋਈ ਗੱਲ ਦੱਸੋ। ਫਰਕ ਬਹੁਤ ਹੈ ਇਸ ਗੱਲ ਦੇ ਵਿੱਚ। ਲੋਕ ਜਾਗਰਤ ਹੋ ਰਹੇ ਨੇ ਦਿਨੋਂ ਦਿਨ, ਲੋਕ ਇਸ ਅੰਦੋਲਨ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਦਿਨੋਂ ਦਿਨ, ਔਰ ਅੰਦੋਲਨ ਜਿੱਤਾਂਗੇ। ਬਸ ਤੁਸੀਂ ਅੰਦਾਜ਼ਾ ਲਾ ਲਓ, ਜਿੰਨੀ ਦੇਰ ਬੰਗਾਲ ਦੀ ਹਾਰ ਹੈ, ਬੰਗਾਲ ਦੇ ਵਿੱਚ ਬੀਜੇਪੀ ਦੀ ਹਾਰ ਦੇ ਨੇੜੇ ਉੱਤੇ ਜੇ ਜਿੱਤ ਹੈ, ਉਹਦੀ ਹਾਰ ਦੇ ਵਿੱਚ ਸਾਡੀ ਜਿੱਤ ਪਈ ਹੈ। ਦੇਖੋ, ਮੈਂ ਇੱਕ ਬੇਨਤੀ ਕਰਾਂ, ਅਗਰ ਇਹ ਸਰਕਾਰ ਕਾਨੂੰਨਾਂ ਨੂੰ ਠੰਡੇ ਬਸਤੇ 'ਚ ਵੀ ਪਾ ਦਿੰਦੀ ਹੈ, 2 ਸਾਲ ਵਾਸਤੇ ਛੱਡੋ, 5 ਸਾਲ ਵਾਸਤੇ ਵੀ ਪਾ ਦੇ, 10 ਸਾਲ ਵਾਸਤੇ ਵੀ ਪਾ ਦੇ, ਲੇਕਿਨ ਇਹ ਕਾਨੂੰਨ ਫਿਰ ਵੀ ਜਿਉਂਦੇ ਹੈ। ਲੜਾਈ ਇਸ ਗੱਲ ਦੀ ਹੈ ਕਿ ਇਹਨਾਂ ਕਾਨੂੰਨਾਂ ਦੇ ਜ਼ਰੀਏ ਕਿਸਾਨਾਂ ਦੀ ਜ਼ਮੀਨ ਜਾਣੀ ਹੈ। ਜ਼ਮੀਨ ਨੂੰ ਰੱਖਣ ਵਾਸਤੇ, ਲੋਕਾਂ ਦੀ ਹੋਂਦ ਬਚਾ ਕੇ ਰੱਖਣ ਵਾਸਤੇ ਇਹ ਕਾਨੂੰਨ ਰੱਦ ਕਰਾਉਣ ਤੱਕ ਲੜਾਈ ਲੜਨੀ ਮਜਬੂਰੀ ਹੈ ਕਿ ਕੋਈ ਚਾਅ ਨਹੀਂ ਹੈ। ਲੋਕ ਮੰਗ ਕੁਛ ਨਹੀਂ ਰਹੇ, ਲੋਕ ਇਹ ਕਹਿ ਰਹੇ ਨੇ ਕਿ ਜੋ ਚੀਜ਼ ਸਾਡੀ ਹੈ ਸਾਡੇ ਕੋਲ ਰਹਿਣ ਦਿੱਤੀ ਜਾਵੇ। ਗੱਲ ਤਾਂ ਸਿਰਫ ਇੰਨੀ ਹੀ ਹੈ ਨਾ, ਨਵੀਂ ਚੀਜ਼ ਤਾਂ ਕੋਈ ਲੋਕ ਮੰਗ ਨਹੀਂ ਰਹੇ ਸਰਕਾਰ ਤੋਂ। ਸੋ ਇਸ ਕਰਕੇ ਇਹਨੂੰ ਹੋਂਦ ਦੀ ਲੜਾਈ ਮੰਨਿਆ ਜਾ ਸਕਦਾ ਹੈ। ਨਕੋਦਰ ਵਿੱਚ ਸਿਟੀ ਥਾਣਾ ਇੰਚਾਰਜ ਜਤਿੰਦਰ ਕੁਮਾਰ ਦੀ ਅਗਵਾਈ ਵਿੱਚ ਨਾਕੇਬੰਦੀ ਕਰਕੇ ਲੋਕਾਂ ਨੂੰ ਮਾਸਕ ਵਾਰ ਸਮਝਾਉਣ ਤੋਂ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਨਿਯਮਾਂ ਦੀ ਇਨ-ਬਿਨ ਪਾਲਣਾ ਕਰਨ ਤੇ ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਉਸ ਦੀ ਵੀ ਪਾਲਣਾ ਕਰਨ। ਇਹ ਅਸੀਂ ਸਵੇਰ ਤੋਂ ਰੈਗੂਲਰ ਅਸੀਂ ਨਾਕੇ ਲਾ ਰਹੇ ਹਾਂ ਜੀ, ਉਹ ਵੀ ਬਿਨਾਂ ਮਾਸਕ ਤੋਂ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਆ। ਤੇ ਬਿਨਾਂ ਮਾਸਕ ਤੋਂ ਸਵੇਰੇ ਅਸੀਂ ਜਿਹੜੇ ਬਿਨਾਂ ਮਾਸਕ ਉਹਨਾਂ ਦੇ ਕਰੋਨਾ ਟੈਸਟ ਵੀ ਕਰਵਾਏ ਨੇ ਅਸੀਂ ਮੌਕੇ ਤੇ। ਜੋ ਸਰਕਾਰ ਦੇ ਹਦਾਇਤਾਂ ਨੇ ਉਹਨਾਂ ਮੁਤਾਬਕ ਅਸੀਂ ਪੂਰਾ ਸਖਤੀ ਕੀਤੀ ਹੋਈ ਹੈ। ਤੇ 9 ਵਜੇ ਤੋਂ ਬਾਅਦ ਜਿਹੜਾ ਕਰਫਿਊ ਲੱਗਦਾ
ਉਸ ਸੰਬੰਧੀ ਵੀ ਟੋਟਲੀ ਅਸੀਂ ਕਲੋਜ਼ ਕੀਤਾ ਜਾਊਗਾ। ਤੇ ਸਰ ਅੱਜ ਕਿੰਨੇ ਚਲਾਨ ਕੱਟੇ ਗਏ? ਅੱਜ ਘੱਟੋ ਘੱਟ 10 ਦੇ ਕਰੀਬ ਹੋ ਗਏ ਜੀ, ਤੇ ਕੱਲ੍ਹ ਅਸੀਂ 15। ਲੋਕਾਂ ਨੂੰ ਕੀ ਮੈਸੇਜ ਦਵਾਂਗੇ? ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ, ਕਿਉਂਕਿ ਕਈ ਜੋ ਆ ਕੇ ਇੱਥੇ ਬਹਿਸ ਵੀ ਕਰਦੇ ਨੇ ਕਿ ਮਾਸਕ, ਕਿਉਂਕਿ ਅਸੀਂ ਉਹਨਾਂ ਦੀ ਸਹਿਮਤੀ ਵੀ ਉਹ ਕਰ ਰਹੇ ਹਾਂ ਸਾਰਾ ਕੁਝ, ਜੋ ਕਿ ਉਹਨਾਂ ਦੀ ਜਿਹੜੀ ਤੰਦਰੁਸਤੀ ਬਣੀ ਰਹੇ ਤਾਂ ਕਿ ਜਿਹੜਾ ਕਰੋਨਾ ਤੋਂ ਬਚਿਆ ਜਾ ਸਕੇ। ਸਿਰਫ ਉਹਨਾਂ ਲਈ ਹੈ, ਅਸੀਂ ਆਪਣੇ ਲਈ ਨਹੀਂ ਕਰਦੇ। ਤਾਂ ਇਹ 'ਚ ਸਾਡਾ ਸਾਥ ਦੇਣ ਤਾਂ ਕਿ ਮਾਸਕ ਪਾ ਕੇ ਰੱਖਣ। ਹਾਂ, ਜੇ ਕੋਈ ਗਰੀਬ ਤਬਕਾ ਹੈ ਜੋ ਵੀ ਹੈ, ਜੋ ਮਾਸਕ ਅਸੀਂ ਵੰਡੇ ਵੀ ਨੇ, ਅਤੇ ਇੱਥੇ ਜੋ ਰਿਕਸ਼ੇ ਵਾਲੇ ਨੇ ਉਹਨਾਂ ਨੂੰ ਮਾਸਕ ਵੰਡੇ ਨੇ ਅਤੇ ਵੰਡਦੇ ਰਹਾਂਗੇ। ਬੀਤੀ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਤੇ ਬਾਅਦ ਦਿੱਲੀ ਦੇ ਲਾਲ ਕਿਲੇ ਤੇ ਹੋਈ ਘਟਨਾਕ੍ਰਮ ਤੋਂ ਬਾਅਦ 30 ਜਨਵਰੀ ਨੂੰ ਦਿੱਲੀ ਪੁਲਿਸ ਵੱਲੋਂ ਕੁੰਡਲੀ ਬਾਰਡਰ ਤੋਂ ਚੁੱਕੇ ਨੌਜਵਾਨ ਰਣਜੀਤ ਸਿੰਘ ਦੇ ਉੱਤੇ ਦਰਜ ਕੀਤੇ ਮਾਮਲੇ ਰਣਜੀਤ ਸਿੰਘ ਨੂੰ 1 ਮਹੀਨੇ ਤੋਂ ਬਾਅਦ ਤਿਹਾੜ ਜੇਲ੍ਹ ਦੇ ਵਿੱਚ ਰਹਿਣਾ ਪਿਆ ਤੇ ਹੁਣ ਉਸ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਰਣਜੀਤ ਸਿੰਘ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਕਾਸਮਪੁਰ ਆਪਣੇ ਪਿੰਡ ਪਹੁੰਚਿਆ ਤਾਂ ਪਿੰਡ ਵਾਸੀਆਂ ਵੱਲੋਂ ਧੂਮਧਾਮ ਦੇ ਨਾਲ ਉਸ ਦਾ ਭਰਵਾਂ ਸਵਾਗਤ ਕਰਦੇ ਹੋਏ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਨਾਨੀ ਜੀ ਕੀ ਕਹਿਣਾ ਚਾਹੁੰਦੇ ਅੱਜ ਤੁਹਾਡਾ ਰਣਜੀਤ ਵਾਪਸ ਆ ਰਿਹਾ 50 ਦਿਨਾਂ ਤੋਂ ਬਾਅਦ? ਬਹੁਤ ਵਧੀਆ ਮੇਰੇ ਪੁੱਤ, ਬਹੁਤ ਨਾਂ ਉੱਚਾ ਕੀਤਾ ਮੇਰੇ ਪੁੱਤ ਨੇ, ਬਹੁਤ ਹਿੰਮਤ ਕੀਤੀ ਹੁਣ ਮੇਰੇ ਮਸੀਂ ਆ, ਬਹੁਤ ਮਾਣ ਆ। ਸਰਸੇ ਦਾ ਵਿਚਾਰੇ ਦਾ ਬਹੁਤ ਬਹੁਤ ਭਲਾ ਹੋਵੇ, ਜੁਗ ਜੁਗ ਜੀਵੇ ਉਹ। ਤੇ ਕਹਿੰਦੇ ਨਾਨਕਿਆਂ ਦਾ ਅਹਿਮ ਰੋਲ ਹੁੰਦਾ, ਵਿਆਹ ਦੇ ਵਿੱਚ ਵੀ ਹੁਣ ਕੁੜੀ ਵੀ ਲੱਭ ਰਹੇ, ਉਹਦੇ ਵਾਸਤੇ ਦਲੇਰ ਇਦਾਂ ਦੀ ਲੱਭ ਦੇਣੀ ਆ, ਕੁੜੀ ਵੀ ਲੱਭ ਦੇਣੀ ਆ। ਹਾਂਜੀ ਹਾਂਜੀ ਹਾਂ, ਮੇਰੇ ਮੁੰਡੇ ਦਾ ਇੰਨਾ ਹੈ ਨਾ, ਜੋ ਉਹਦਾ ਬਹੁਤ ਵਧੀਆ ਮੁੰਡਾ ਮੇਰਾ ਮਸੀਂ ਮਿਲਿਆ ਪਤਾ ਮੈਨੂੰ, ਦੁਬਾਰਾ ਮਸੀਂ ਨਵਾਂ ਜਨਮ ਹੋਇਆ। ਤੇ ਅੱਜ ਕਿੱਦਾਂ ਸਵਾਗਤ ਕਰ ਰਹੇ ਹੋ ਫਿਰ ਰਣਜੀਤ ਦਾ? ਮਸੀਂ ਮਿਲਣਾ ਆ, ਫੁੱਲਾਂ ਨੂੰ ਸਵਾਗਤ ਕਰਨਾ ਅੱਜ। ਪਹਿਲਾਂ ਤੇ ਮੈਂ ਸਾਰੇ ਹੀ ਨਵੇਂ ਸ਼ਹਿਰ ਦੀਆਂ ਸੰਗਤਾਂ ਦਾ ਕੋਟਾਨ-ਕੋਟ ਧੰਨਵਾਦ ਕਰਦਾ, ਜੈਸਾ ਭਰਵਾਂ ਸਵਾਗਤ ਕੀਤਾ ਹੈ ਫੁੱਲਾਂ ਦੇ ਨਾਲ, ਮਾਲਾਂ ਦੇ ਨਾਲ ਔਰ ਜਿਸ ਤਰ੍ਹਾਂ ਜਕਾਰਿਆਂ ਦੇ ਨਾਲ। ਉਹਦੇ ਵਾਸਤੇ ਰਣਜੀਤ ਸਿੰਘ ਜਿਹੜਾ ਡਿਜ਼ਰਵ ਕਰਦਾ ਸੀ, ਉਹਦੀ ਕਮਾਈ ਸੀਗੀ ਇਹ ਜਿਹੜੀ ਸੰਗਤ ਨੇ ਅੱਜ ਉਹਦੀ ਝੋਲੀ ਪਾਈ ਆ। ਮੈਂ ਵਧਾਈ ਦਿੰਦਾ ਉਸ ਮਾਂ ਨੂੰ ਜਿਸ ਨੇ ਪੂਤ ਜੰਮਿਆ ਹੈ, ਇਸ ਇਲਾਕੇ ਨੂੰ, ਇਸ ਪਿੰਡ ਨੂੰ, ਇਸ ਨਗਰ ਵਾਸੀਆਂ ਨੂੰ, ਔਰ ਇਸ ਗੱਲ ਦੀ ਵਧਾਈ ਦਿੰਦੇ ਆ ਸਾਰੀ ਕੌਮ ਨੂੰ ਕਿ ਸ਼ੇਰਾਂ ਵਾਂਗੂ ਸਾਡਾ ਭਰਾ ਜਿਹੜਾ ਹੈ ਉਹ ਗਰਜਿਆ ਹੈ ਔਰ ਇਹਦੀ ਗਰਜਣ ਨੇ ਸਰਕਾਰ ਤੱਕ ਨੂੰ ਹਿਲਾਇਆ ਹੈ। ਮਿਲੇ ਹੋ ਜੇਲ੍ਹ ਦੇ ਵਿੱਚ, ਬੜੀ ਚੜ੍ਹਦੀ ਕਲਾ ਸੀ, ਇਸੇ ਚੀਜ਼ ਨੇ ਸਾਨੂੰ ਉਹਨੂੰ ਖਰੀਦ ਲਿਆ, ਉਹਦੇ ਇਸ ਜਕਾਰਿਆਂ ਨੇ। ਜਦੋਂ ਅਸੀਂ ਉਹਨੂੰ ਪਹਿਲੀ ਵਾਰ ਮਿਲੇ ਆ, ਉਹਦੇ ਜੋਸ਼ ਨੇ ਸਾਨੂੰ ਖਰੀਦ ਲਿਆ। ਕੋਰਟ ਤੋਂ ਰਿਹਾਈ ਕਰਾ ਕੇ ਲੈ ਕੇ ਆਵਾਂਗੇ, ਉਹਨਾਂ ਪੁਲਿਸ ਵਾਲਿਆਂ ਨੂੰ ਜਦੋਂ ਅੰਦਰ ਕਰਾਵਾਂਗੇ। ਤੁਸੀਂ ਵੀਡੀਓ ਨੂੰ ਇੱਕ ਮੌਕਾ ਦੇਵਾਂਗੇ ਜ਼ਰੂਰ ਤੁਹਾਡੇ ਸਾਰੇ ਮੀਡੀਆ ਨੂੰ, ਜਦੋਂ ਤੁਸੀਂ ਉਹਨਾਂ ਪੁਲਿਸ ਵਾਲਿਆਂ ਨੂੰ ਕਵਰ ਕਰਨ ਆਓਗੇ ਜਿਨ੍ਹਾਂ ਨੇ ਇਹਨੂੰ ਕੁੱਟਿਆ ਸੀ, ਉਹ ਜੇਲ੍ਹ 'ਚ ਜਾ ਰਹੇ ਹੋਣਗੇ। ਬਹੁਤ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ ਕਿ ਅੱਜ ਉਹ ਨੌਜਵਾਨ ਜਿਹਨੇ ਬਾਣੇ ਦਾ ਤੇ ਬਾਣੀ ਦਾ ਸਤਿਕਾਰ ਕੀਤਾ, ਭਾਈ ਰਣਜੀਤ ਸਿੰਘ, ਜਿਹਦੇ ਤੇ ਸਰਕਾਰਾਂ ਨੇ ਤੇ ਪੁਲਿਸ ਨੇ ਇਸ ਲਈ ਤਸ਼ੱਦਦ ਢਾਇਆ ਕਿ ਉਹਨੇ ਸਿਰਫ ਤੇ ਸਿਰਫ ਕਿਸਾਨੀ ਵਾਸਤੇ ਤੇ ਧੀਆਂ ਭੈਣਾਂ ਦੀ ਰੱਖਿਆ ਖਾਤਰ ਉਹਨੇ ਆਵਾਜ਼ ਬੁਲੰਦ ਕੀਤੀ। ਇਸ ਨੌਜਵਾਨ ਦੀ ਕੋਈ ਗਲਤੀ ਨਹੀਂ ਸੀ, ਨਾ ਇਸ ਨੌਜਵਾਨ ਨੇ ਕਿਸੇ ਪੁਲਿਸ ਵਾਲੇ ਤੇ ਅਟੈਕ ਕੀਤਾ, ਨਾ ਕੁਝ ਕੀਤਾ। ਹਾਂ, ਰੱਖਿਆ ਜ਼ਰੂਰ ਕੀਤੀ ਜਿਹੜੀ ਧੀਆਂ ਭੈਣਾਂ ਉੱਥੇ ਬੈਠੀਆਂ ਸਨ, ਜਿਹੜਾ ਹਰ ਇਨਸਾਫ ਪਸੰਦ ਇਨਸਾਨ ਦਾ ਫਰਜ਼ ਬਣਦਾ ਹੈ ਤੇ ਗੁਰਸਿੱਖ ਦਾ ਤਾਂ ਖਾਸ ਬਣਦਾ। ਮਗਰ ਉਸ ਦੇ ਨਾਲ ਜੋ ਧੱਕਾ ਕੀਤਾ, ਪੁਲਿਸ ਦੇ ਆਲਾ ਅਫਸਰਾਂ ਨੇ ਜਿਸ ਤਰੀਕੇ ਨਾਲ ਉਹਦਾ ਕੁੱਟਮਾਰ ਕੀਤੀ, ਉਹਦੇ ਦਾੜੇ ਦੀ, ਉਹਦੇ ਕੇਸਾਂ ਦੀ, ਉਹਦੇ ਦਸਤਾਰ ਦੀ ਬੇਅਦਬੀ ਕੀਤੀ, ਉਹ ਬਹੁਤ ਨਿੰਦਣਯੋਗ ਸੀ। ਅੱਜ ਕੱਲ੍ਹ ਦੇ ਜ਼ਮਾਨੇ 'ਚ ਇਹੋ ਜਿਹਾ ਕੰਮ ਨਾ ਵੇਖਣ ਨੂੰ ਆਉਂਦਾ, ਨਾ ਸੁਣਿਆ ਜਾਂਦਾ। ਔਰ ਉਹ ਇੱਕ ਆਵਾਜ਼ ਬਣੀ ਉਹਨਾਂ ਕਿਸਾਨਾਂ ਦੀ, ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨਾਲ ਧੱਕਾ ਕੀਤਾ ਗਿਆ। ਔਰ ਮੈਂ ਸਮਝਦਾ ਸਿਵਲ ਰਾਈਟਸ ਵਾਸਤੇ, ਹਿਊਮਨ ਰਾਈਟਸ ਵਾਸਤੇ, ਕਿਸਾਨੀ ਖਾਤਰ ਇੱਕ ਬਹੁਤ ਵੱਡੀ ਪ੍ਰੇਰਨਾ ਨੌਜਵਾਨ ਬਣਿਆ ਕਿ ਜਿਹਨੇ ਸ਼ਾਂਤਮਈ ਰਹਿ ਕੇ ਆਪ ਦੀ ਆਵਾਜ਼ ਬੁਲੰਦ ਰੱਖੀ। ਔਰ ਮੈਨੂੰ ਯਾਦ ਹੈ ਕਿ 29 ਨੂੰ ਇਹ ਸਾਰਾ ਹਾਦਸਾ ਵਾਪਰਦਾ, 30 ਨੂੰ ਅਸੀਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਦੇ ਹਾਂ ਔਰ ਇਸ ਸਾਰੇ ਮੁੱਦੇ ਨੂੰ ਬਹੁਤ ਹਾਈ ਲੈਵਲ 'ਤੇ ਉਠਾਇਆ ਜਾਂਦਾ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਸਾਹਮਣੇ ਭੈਣ ਜੀ ਨੇ, ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਇਹ ਤਸਵੀਰ ਜਨਤਕ ਕੀਤੀ ਕਿ ਆਹ ਵੇਖ ਲਓ ਤੁਸੀਂ ਕੀ ਕਰ ਰਹੇ ਹੋ ਬਾਰਡਰ 'ਤੇ। ਔਰ ਉਸ ਤੋਂ ਬਾਅਦ ਪੰਜਾਬ ਦੀ ਵਿਧਾਨ ਸਭਾ 'ਚ ਔਰ ਦੁਨੀਆ ਭਰ 'ਚ ਰਣਜੀਤ ਸਿੰਘ ਇੱਕ ਉਹ ਤਸਵੀਰ ਬਣਦੇ ਆ ਹੱਕ ਸੱਚ ਦੀ, ਇਨਸਾਫ ਦੀ, ਕਿਸਾਨੀ ਦੀ। ਅੱਜ ਉਹਨਾਂ ਨੂੰ ਰਿਹਾਈ ਹੋਈ ਹੈ। ਸਾਹਿਬ ਮਨਜਿੰਦਰ ਸਿੰਘ ਸਿਰਸਾ ਸਾਹਿਬ ਨੂੰ, ਉਹਨਾਂ ਦੇ ਵਕੀਲਾਂ ਦੀ ਟੀਮ ਨੂੰ ਮੈਂ ਵਧਾਈ ਦਿੰਦਾ ਕਿ ਅੱਜ ਉਹਨਾਂ ਨੂੰ ਲੈ ਕੇ ਅਸੀਂ ਪਿੰਡ ਆਏ। ਔਰ ਪਿੰਡ ਵਾਲਿਆਂ ਦਾ, ਗੁਰੂ ਦੀ ਸੰਗਤ ਦਾ ਕੋਟਨ ਕੋਟ ਧੰਨਵਾਦ ਜਿਨ੍ਹਾਂ ਨੇ ਐਡਾ ਮਾਣ ਪਿਆਰ ਉਸ ਨੌਜਵਾਨ ਨੂੰ ਬਖਸ਼ਿਆ। ਸ਼ੂਗਰ ਮਿਲ ਮੋਰਿੰਡਾ ਵੱਲੋਂ ਕਿਸਾਨਾਂ ਦੀ ਕਰੋੜਾਂ ਰੁਪਏ ਦੇ ਗੰਨੇ ਦੀ ਅਦਾਇਗੀ ਨਾ ਕਰਨ ਦੇ ਰੋਸ ਵਜੋਂ ਇਲਾਕੇ ਦੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਥੱਲੇ ਖੰਡ ਮਿਲ ਮੋਰਿੰਡਾ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਮਿਲ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਕਿਸਾਨਾਂ ਦੀ ਹੁਣ ਤੱਕ ਦੀ ਲਗਭਗ 38 ਲੱਖ ਰੁਪਏ ਦੀ ਗੰਨੇ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ, ਜਿਸ ਕਾਰਨ ਉਹਨਾਂ ਨੂੰ ਮਜਬੂਰੀ ਵਸ ਧਰਨਾ ਲਾਉਣਾ
ਪੈ ਰਿਹਾ ਹੈ। ਇਸ ਮੌਕੇ ਤੇ ਕਿਸਾਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਲਈ SDM ਮੋਰਿੰਡਾ ਸਰਦਾਰ ਜਸਵੀਰ ਸਿੰਘ ਰਾਹੀਂ ਇੱਕ ਮੰਗ ਪੱਤਰ ਵੀ ਭੇਜਿਆ ਗਿਆ। ਇਸ ਦੌਰਾਨ ਉਸ ਸਮੇਂ ਮਾਮਲਾ ਗਰਮਾ ਗਿਆ ਜਦੋਂ ਕਈ ਕਿਸਾਨਾਂ ਨੇ ਮਿਲ ਦੇ ਬੋਰਡ ਆਫ ਡਾਇਰੈਕਟਰ ਦੇ ਚੇਅਰਮੈਨ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਚੇਅਰਮੈਨ ਕਿਸਾਨਾਂ ਦੇ ਹੱਕਾਂ ਦੀ ਰਖਵਾਲੀ ਨਹੀਂ ਕਰ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ। ਤਾਂ ਚੇਅਰਮੈਨ ਇਸ ਮੌਕੇ ਤੇ ਨਜ਼ਾਕਤ ਸਮਝਦੇ ਹੋਏ ਨਿਕਲ ਗਏ। ਅਸੀਂ ਚੇਅਰਮੈਨ ਸਾਹਿਬ ਨੂੰ 20-25 ਦਿਨ ਪਹਿਲਾਂ ਗੱਲ ਕਰੀ ਸੀ, ਇੱਥੇ ਇੱਦਾਂ ਹੀ ਇਕੱਠ ਹੋਇਆ ਸੀਗਾ ਵੀ ਸਾਨੂੰ ਤੁਸੀਂ ਜਾ ਕੇ ਬੋਰਡ ਪੂਰਾ ਇਕੱਠਾ ਹੋਵੇ ਤੇ ਨਾਲ ਕੁਝ ਯੂਨੀਅਨ ਦੇ ਨੁਮਾਇੰਦੇ ਲੈ ਲਓ, ਉਹ ਸਾਨੂੰ ਮੰਤਰੀ ਨੂੰ ਮਿਲੋ ਜਾ ਕੇ, ਅਸੀਂ ਨਾਲ ਜਾਵਾਂਗੇ। ਪਰ ਅੱਜ ਸਾਨੂੰ 25 ਦਿਨ ਬਾਅਦ ਵੀ ਕੋਈ ਆਊਟਪੁੱਟ ਨਹੀਂ ਮਿਲੀ, ਕੋਈ ਪੱਲਾ ਝਾੜ ਕੇ ਚੇਅਰਮੈਨ ਸਾਹਿਬ ਚਲੇ ਗਏ। ਚੇਅਰਮੈਨ ਸਾਹਿਬ ਨੇ ਉਦੋਂ ਕਿਸਾਨਾਂ ਦੇ ਨਾਲ ਇੱਕ ਵਾਅਦਾ ਕਰਿਆ ਤਾ ਵੀ ਬੋਰਡ ਸਾਰਾ ਇਕੱਠਾ ਹੋ ਕੇ ਮੰਤਰੀ ਸਾਹਿਬ ਦੇ ਨਾਲ ਚੰਨੀ ਸਾਹਿਬ ਦੇ ਨਾਲ ਮਿਲ ਕੇ ਵੀ ਰੰਧਾਵਾ ਸਾਹਿਬ ਨੂੰ ਮਿਲ ਕੇ ਵੀ ਜਿਹੜੀ ਜ਼ਿਮੀਂਦਾਰਾਂ ਦੀ ਪੇਮੈਂਟ ਹੈ ਅਸੀਂ ਛੇਤੀ ਤੋਂ ਛੇਤੀ ਕਰਵਾਵਾਂਗੇ। ਪਰ ਅੱਜ ਉਸ ਧਰਨੇ ਤੋਂ ਬਾਅਦ ਅੱਜ ਦੁਬਾਰਾ ਫੇਰ ਮਿਲ ਦੇ ਵਿੱਚ ਧਰਨਾ ਲੱਗਿਆ। ਉਹਦੇ ਵਿੱਚ ਅਸੀਂ ਚੇਅਰਮੈਨ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਜਿਹੜੇ ਤੁਸੀਂ ਮਿਲਵਰਤਨ ਕਰਕੇ ਕਹਿੰਦੇ ਹੋ ਵੀ ਅਸੀਂ ਪੇਮੈਂਟ 4 ਕਰੋੜ 38 ਲੱਖ ਰੁਪਏ ਜਿਹੜੀ ਜ਼ਿਮੀਂਦਾਰਾਂ ਨੂੰ ਹੁਣ ਪਈ ਆ ਪਿਛਲੇ ਸਾਲ ਦੀ, ਉਹ ਤਾਂ ਆਲਰੇਡੀ ਪਹਿਲਾਂ ਹੀ ਪੰਜਾਬ ਸਰਕਾਰ ਪਾਸ ਕਰ ਚੁੱਕੀ ਸੀ। ਜਦੋਂ GM ਸਾਹਿਬ ਪਹਿਲਾਂ ਵਾਲੇ ਉਰੇ ਬੈਠੇ ਸੀ ਉਹਨਾਂ ਨੇ ਸਾਨੂੰ ਦੱਸਤਾ ਵੀ 45 ਕਰੋੜ ਰੁਪਈਆ ਜਿਹੜਾ ਮਿਲ ਦਾ ਪੰਜਾਬ ਦੀਆਂ ਮਿੱਲਾਂ ਦਾ ਪੰਜਾਬ ਸਰਕਾਰ ਨੇ ਪਾਸ ਕੀਤਾ ਪਿਆ, ਉਹ ਅੱਜ ਮਿਲ ਜਾਵੇ ਕੱਲ੍ਹ ਮਿਲ ਜਾਵੇ। ਉਹਦੇ ਵਿੱਚ ਇਸ ਬੋਰਡ ਦਾ ਕੋਈ ਹੱਥ ਨਹੀਂ, ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿਉਂਕਿ ਉਹ ਸਰਕਾਰ ਨੇ ਪਹਿਲਾਂ ਹੀ ਆਲਰੇਡੀ ਦੇਣੀ ਸੀ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਟੋਟਲ ਬੋਰਡ ਦੇ ਜਿਹੜੇ 8 ਡਾਇਰੈਕਟਰ ਨੇ ਉਹ ਆਪਣੇ ਇਲਾਕੇ ਦੇ MLA ਨੂੰ ਨਾਲ ਲੈ ਕੇ ਮੰਤਰੀ ਸਾਹਿਬ ਨੂੰ ਮਿਲ ਕੇ ਵੀ ਜ਼ਿਮੀਂਦਾਰਾਂ ਦੀ ਪੇਮੈਂਟ ਹੈ ਜਿਹੜੀ ਉਹ ਸਾਡੀ ਕਰਾਈ ਜਾਵੇ, ਕਿਉਂਕਿ ਜ਼ਿਮੀਂਦਾਰ ਦੀ ਅੱਜ ਦੀ ਹਾਲਤ ਇੰਨੀ ਕੁ ਪਤਲੀ ਆ, ਕੋਈ ਆਪਣੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹਦੀਆਂ ਫੀਸਾਂ ਭਰਨ ਲਈ ਵੀ ਮਜਬੂਰ ਨੇ। ਸਾਡੀ ਅੱਜ ਵੀ ਬੇਨਤੀ ਹੈ, ਅਸੀਂ ਉਹੀ ਗੱਲ ਚੇਅਰਮੈਨ ਸਾਹਿਬ ਨੂੰ ਕਹੀ ਸੀ ਵੀ ਜਿਹੜੀ ਤੁਸੀਂ ਮੀਟਿੰਗ ਕੀਤੀ ਹੈ ਜਾਂ ਸਾਨੂੰ ਇਹ ਦੱਸ ਦੇਣ ਵੀ ਸਾਰਾ ਬੋਰਡ ਇਕੱਠਾ ਤੁਹਾਡੇ ਨਾਲ ਮੀਟਿੰਗ ਕਰਕੇ ਆਇਆ। ਕਿਸਾਨ ਮੋਰਚੇ ਵੱਲੋਂ ਸਾਰੀਆਂ ਹੀ ਆਪਣੀ ਸੱਤੇ ਜਥੇਬੰਦੀਆਂ ਜ਼ਿਲ੍ਹਾ ਰੋਪੜ ਦੀਆਂ ਵੱਲੋਂ ਰੋਸ ਧਰਨਾ ਦਿੱਤਾ। ਸ਼ੂਗਰ ਮਿਲ ਮੋਰਿੰਡਾ ਦੇ ਵਿੱਚ ਸਾਡੀ ਪਿਛਲੇ ਸਾਲ ਦੀ ਅਜੇ 4.5 ਕਰੋੜ ਰੁਪਈਆ ਪਿਛਲੇ ਸਾਲ ਦਾ ਰਹਿੰਦਾ ਅਤੇ ਇਸ ਸਾਲ ਦਾ 32.5 ਕਰੋੜ ਰੁਪਈਆ ਇਸ ਸਾਲ ਦਾ ਰਹਿੰਦਾ। ਪਿਛਲੇ ਬਾਰ-ਬਾਰ ਅਸੀਂ ਪਹਿਲਾਂ ਮਿਲ ਦੇ ਵਿੱਚ GM ਨਾਲ ਮੀਟਿੰਗਾਂ ਕਰ ਚੁੱਕੇ ਹਾਂ, ਪਰ ਲਾਰਿਆਂ ਤੇ ਸਿਵਾਏ ਸਾਡੇ ਪੱਲੇ ਕੱਖ ਨਹੀਂ ਪਿਆ ਹੈਗਾ। ਤਾਂ ਅਖੀਰ ਨੂੰ ਸਾਨੂੰ ਆਪਣੇ ਕਿਸਾਨ ਭਾਈਆਂ ਸਾਰਿਆਂ ਨੂੰ ਨਾਲ ਲੈ ਕੇ ਹਿੱਸੇਦਾਰਾਂ ਨੂੰ ਮਿਲਦਿਆਂ ਨੂੰ ਤਾਂ ਅੱਜ ਰੋਸ ਧਰਨਾ ਦੇਣਾ ਪਿਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਜਿਸ ਦੇ ਵਿੱਚ ਮੁੱਖ ਤੌਰ ਤੇ SGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁੱਖ ਤੌਰ ਤੇ ਪਹੁੰਚੇ। ਨਗਰ ਕੀਰਤਨ ਗੁਰੂ ਕੇ ਮਹਿਲ ਤੋਂ 5 ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ। ਵੱਖ-ਵੱਖ ਹਿੱਸਿਆਂ ਤੇ ਪਹੁੰਚਦਾ ਹੋਇਆ ਹਰਿਆਣਾ ਤੇ ਉਸ ਤੋਂ ਬਾਅਦ ਦਿੱਲੀ ਪਹੁੰਚ ਕੇ ਬਾਅਦ ਵਿੱਚ ਅਨੰਦਪੁਰ ਸਾਹਿਬ ਜਾ ਕੇ ਸੰਪੂਰਨ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਵੀ ਭਰੀ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਹਾਨ ਪਵਿੱਤਰ ਸਥਾਨ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਸਥਾਨ ਹੈ। ਇੱਥੇ ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ 58 ਸਾਲ ਇਸ ਜਗ੍ਹਾ 'ਤੇ ਨਿਵਾਸ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਵੱਲੋਂ ਸਾਧ ਸੰਗਤ ਇੱਥੇ ਬੜੇ ਉਤਸ਼ਾਹ ਦੇ ਨਾਲ ਇਹ ਗੁਰਪੁਰਬ ਨੂੰ 400 ਸਾਲਾ ਮਨਾਇਆ ਜਾ ਰਿਹਾ ਹੈ। ਇਹ ਗੁਰਪੁਰਬ ਅੱਜ ਨਗਰ ਕੀਰਤਨ ਇੱਥੋਂ ਆਰੰਭ ਹੋ ਕੇ ਸਾਰੇ ਪੰਜਾਬ ਦੇ ਵਿੱਚ ਹੁੰਦਾ ਹੋਇਆ ਸਮਾਪਤੀ ਇਹਦੀ ਦਿੱਲੀ ਹੋ ਰਹੀ ਹੈ। ਤੇ ਸਾਧ ਸੰਗਤ ਇੱਥੇ ਸੰਗਤਾਂ ਜਿਹੜੀਆਂ ਦੂਰ ਦੁਰਾਡੇ ਤੋਂ ਆ ਕੇ ਇਸ ਮਹਾਨ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਆਨੰਦ ਮਾਣ ਰਹੀਆਂ ਨੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ, ਗੁਰੂ ਤੇਗ ਬਹਾਦਰ ਸਿਮਰਿਏ ਕਰ ਨੌ ਨਿਧਾ ਵਿੱਚ ਧਾਏ। ਸਾਧ ਸੰਗਤ ਡੁੱਬਦਾ ਬੇੜਾ ਬੰਨੇ ਲਾਉਣ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ, ਤਿਲਕ ਜੰਜੂ ਦੇ ਰਾਖੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਪ੍ਰਕਾਸ਼ ਸਥਾਨ ਹੈ। ਗੁਰਦੁਆਰਾ ਗੁਰੂ ਕੇ ਮਹਿਲ ਗੁਰੂ ਬਾਜ਼ਾਰ ਅੰਮ੍ਰਿਤਸਰ ਦੇ ਵਿੱਚ ਇੱਥੇ ਸਥਾਨ ਤੋਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਵਤਾਰ ਧਾਰਿਆ ਤੇ ਸਾਧ ਸੰਗਤ ਦੂਰ ਦੁਰਾਡੇ ਤੋਂ ਸੰਗਤਾਂ ਆ ਕੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੀਆਂ ਨੇ। ਇਹ ਗੁਰਦੁਆਰਾ ਸਾਹਿਬ ਦੀ ਸੇਵਾ, ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਸੰਤ ਬਾਬਾ ਸੇਵਾ ਸਿੰਘ ਜੀ, ਸੰਤ ਬਾਬਾ ਰਾਵ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਜੀ, ਜਥੇਦਾਰ ਬਾਬਾ ਹਰਭਜਨ ਸਿੰਘ ਜੀ,
ਹੁਣ ਮੌਜੂਦਾ ਸੰਤ ਬਾਬਾ ਸੁੱਚਾ ਸਿੰਘ ਜੀ ਜਿਹੜੀ ਅਸੀਂ ਦੇਖ ਰੇਖ ਕਰ ਰਹੇ ਨੇ ਕਿ ਗੁਰਦੁਆਰੇ 24 ਘੰਟੇ ਗੁਰੂ ਕੇ ਲੰਗਰ ਚੱਲਦੇ ਨੇ, ਸੰਗਤਾਂ ਆ ਕੇ ਆਨੰਦ ਮਾਣ ਕੇ ਗੁਰੂ ਦੀਆਂ ਖੁਸ਼ੀਆਂ ਮਾਣ ਰਹੀਆਂ ਨੇ। ਸਾਧ ਸੰਗਤ, ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ, ਇਹ ਇੱਕ ਸਾਲ ਪੂਰਾ ਪ੍ਰੋਗਰਾਮ ਗੁਰੂ ਤੇਗ ਬਹਾਦਰ ਮਹਾਰਾਜ ਦੀ ਯਾਦ ਦੇ ਵਿੱਚ ਚੱਲੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਚੜ੍ਹ ਕੇ ਪਹੁੰਚੋ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਮਨਾਉਂਦੇ ਆ। ਇਹ ਜਿਹੜੇ ਸਮਾਗਮ ਚੱਲ ਰਹੇ ਆ ਉਹਨਾਂ ਦੇ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਸ਼ੁਰੂ ਕੀਤਾ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਸਥਾਨ ਗੁਰੂ ਕੇ ਮਹਿਲ ਤੋਂ ਇਹ ਸਾਰਾ ਪੜਾਅ ਦਰ ਪੜਾਅ ਹੁੰਦਾ ਹੋਇਆ ਦਿੱਲੀ ਵਿੱਚ ਪਹੁੰਚੇਗਾ। ਦਿੱਲੀ ਤੋਂ ਫਿਰ ਵਾਪਸ ਅਨੰਦਪੁਰ ਸਾਹਿਬ ਆਏਗਾ। ਸੋ ਮੈਂ ਸਾਰੀ ਸੰਗਤ ਨੂੰ ਜਿੱਥੇ ਲੱਖ ਲੱਖ ਵਧਾਈ ਦਿੰਦੀ ਹੈ, ਉੱਥੇ ਬੇਨਤੀ ਕਰਾਂਗੀ ਕਿ ਰਸਤਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਪੜਾਅ ਆਵੇ, ਹਰ ਨਗਰ ਵਿੱਚੋਂ ਸੰਗਤਾਂ ਬਾਹਰ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਅਤੇ ਮੁਬਾਰਕਾਂ ਇੱਕ ਦੂਜੇ ਨੂੰ ਦੇਣ ਕੇ ਅਸੀਂ ਬਹੁਤ ਵਡਭਾਗੇ ਹੈ ਕਿ ਸਾਨੂੰ ਇਸ ਮਹਾਨ ਗੁਰੂ ਦੇ ਸਮਾਗਮਾਂ ਨੂੰ ਮਨਾਉਣ ਦਾ ਮੌਕਾ ਮਿਲਿਆ, ਜਿਹਨੇ ਧਰਮ ਦੀ ਚਾਦਰ ਬਣ ਕੇ ਬਹੁਤ ਵੱਡੇ ਸਾਡੇ ਉੱਤੇ ਪਰਉਪਕਾਰ ਕੀਤੇ ਤੇ ਕੌਮ ਨੂੰ ਬਹੁਤ ਵੱਡੀ ਜਾਗਰਤੀ ਦਿੱਤੀ। ਸੋ ਬਹੁਤ ਬਹੁਤ ਵਧਾਈ ਜੀ। ਆਓ ਸਾਰੇ ਆਪਾਂ ਅੱਗੇ ਚੱਲੇ ਪਾਈਏ। ਦੋਸਤੋ, ਇਹ ਸਨ ਅੱਜ ਦੀਆਂ ਖਾਸ ਖਬਰਾਂ। ਕੱਲ ਫੇਰ ਤੁਹਾਡੇ ਰੂਬਰੂ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।